Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਸਾਡੇ ਪਿਆਰੇ ਦਰਸ਼ਕੋ, ਅੱਜ ਅੰਬਰਾਂ ਦੇ ਸਰਨਾਵੇ ਪ੍ਰੋਗਰਾਮ 'ਚ ਸੁਖਵਿੰਦਰ ਅੰਮ੍ਰਿਤ ਜੀ ਪੰਜਾਬੀ ਸ਼ਾਇਰੀ ਦੇ ਉੱਘੇ ਹਸਤਾਖਰ ਸਾਡੇ ਦਰਮਿਆਨ ਨੇ। ਉਹਨਾਂ ਦੀ ਬਹੁਤ ਸਾਰੀਆਂ ਕਿਤਾਬਾਂ ਨੇ ਪੰਜਾਬੀ ਸਾਹਿਤ ਦੀ ਝੋਲੀ 'ਚ ਪਾਈਆਂ। ਚਿਰਾਗਾਂ ਦੀ ਡਾਰ, ਧੁੱਪ ਦੀ ਚੁੰਨੀ ਤੇ ਹੋਰ ਬਹੁਤ ਕਿਤਾਬਾਂ ਬਾਰੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੁਖਵਿੰਦਰ ਅੰਮ੍ਰਿਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਸਟੂਡੀਓ 'ਚ ਆਉਂਦਾ। ਬਹੁਤ ਮਿਹਰਬਾਨੀ ਜੀ। ਆਪਾਂ ਸੁਖਵਿੰਦਰ ਅੰਮ੍ਰਿਤ ਜੀ ਅੱਜ ਸਾਰੇ ਤੁਹਾਡੇ ਵਿਸ਼ਿਆਂ ਬਾਰੇ ਗੱਲ ਕਰਾਂਗੇ, ਪੰਜਾਬੀ ਸ਼ਾਇਰੀ ਬਾਰੇ, ਨਿੱਜੀ ਜ਼ਿੰਦਗੀ ਬਾਰੇ। ਮੇਰਾ ਪਹਿਲਾ ਸਵਾਲ ਇਹ ਹੈ ਕਿ ਜਿਹੜਾ ਤੁਹਾਡਾ ਸ਼ਾਇਰੀ ਦਾ ਸਫ਼ਰ ਹੈ ਜੀ, ਉਹ ਕਦੋਂ ਸ਼ੁਰੂ ਹੋਇਆ ਸੀ? ਨਾਲ ਹੀ ਇੱਕ ਇਹ ਆ ਵੀ ਔਰਤ ਦੇ ਦੋ ਘਰ ਹੁੰਦੇ ਆ ਜੀ, ਇੱਕ ਪੇਕਾ ਘਰ ਤੇ ਇੱਕ ਸਹੁਰਾ ਘਰ। ਜੀ, ਉਹ ਦੋਨਾਂ ਕੜੀ ਦੇ ਵਿੱਚ ਜੁੜੀ ਰਹਿੰਦੀ ਔਰਤ। ਜੀ, ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ, ਵਿਆਹ ਤੋਂ ਪਹਿਲਾਂ ਜਾਂ ਬਾਅਦ, ਉਸ ਸਫ਼ਰ ਬਾਰੇ ਗੱਲ ਕਰੋ ਤੇ ਕਿੱਦਾਂ ਦਾ ਰਿਸਪੌਂਸ ਮਿਲਿਆ ਦੋਨਾਂ ਘਰਾਂ 'ਚੋਂ? ਇਹਦੇ ਬਾਰੇ ਵਿਸਥਾਰ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ ਵਿਸ਼ਾਲ ਜੀ, ਇਸ ਤਰ੍ਹਾਂ ਸੀਗਾ ਵੀ ਮੈਨੂੰ ਕਵਿਤਾ ਦੇ ਸਫ਼ਰ ਬਾਰੇ, ਉਹਦੀ ਸ਼ੁਰੂਆਤ ਬਾਰੇ ਹਮੇਸ਼ਾ ਹੀ ਇੱਦਾਂ ਲੱਗਦਾ ਵੀ ਜਿਵੇਂ ਕਵਿਤਾ ਤੇ ਮੈਂ ਅਸੀਂ ਇਕੱਠੀਆਂ ਜੰਮੀਆਂ ਪਲੀਆਂ ਵੱਡੀਆਂ ਹੋਈਆਂ ਤੇ ਪ੍ਰਵਾਨ ਚੜ੍ਹੀਆਂ। ਹਾਂਜੀ ਹਾਂਜੀ। ਕਿਉਂਕਿ ਜਦੋਂ ਮੈਂ ਸੁਰਤ ਸੰਭਾਲੀ ਆ, ਮੈਂ ਉਦੋਂ ਤੋਂ ਹੀ ਗੀਤਾਂ ਦੀ ਦੀਵਾਨੀ ਆ ਔਰ ਗੀਤ ਸੁਣ ਸੁਣ ਕੇ ਉਹਨਾਂ ਨੂੰ ਯਾਦ ਕਰਨਾ, ਗੁਣਗੁਣਾਉਣਾ, ਫਿਰ ਉਹਨਾਂ ਗੀਤਾਂ ਦੀਆਂ ਤੁਕਾਂ ਵਰਗੀਆਂ ਆਪ ਤੁਕਾਂ ਜੋੜਨ ਦੀ ਕੋਸ਼ਿਸ਼ ਕਰਨੀ। ਸੋ ਹੌਲੀ ਹੌਲੀ ਇਸ ਤਰ੍ਹਾਂ ਪਤਾ ਨਹੀਂ ਲੱਗਿਆ ਕਦੋਂ ਮੈਂ ਕਵਿਤਾ ਦੇ ਨਾਲ ਜੁੜ ਗਈ ਤੇ ਇਹ ਸ਼ੁਰੂ ਹੋ ਗਿਆ ਸਾਰਾ ਕੁਝ। ਉਦੋਂ ਮੈਂ 7ਵੀਂ 8ਵੀਂ 'ਚ ਪੜ੍ਹਦੀ ਸੀਗੀ। ਪਰ ਜਿਵੇਂ ਤੁਸੀਂ ਅਗਲਾ ਸਵਾਲ ਕੀਤਾ, ਪੇਕੇ ਤੇ ਸਹੁਰੇ ਵਾਲਾ, ਪੇਕਿਆਂ ਦੇ ਘਰ ਦੇ ਵਿੱਚ ਸਾਰਾ ਜਿਹੜਾ ਮਾਹੌਲ ਸੀਗਾ ਉਹ ਬਹੁਤ ਤਲਖ ਮਾਹੌਲ ਸੀਗਾ। ਬੜਾ ਮਤਲਬ ਉੱਥੇ ਬੜੀ ਘੁੱਟਣ ਸੀਗੀ, ਖਾਸ ਕਰਕੇ ਕੁੜੀਆਂ ਲਈ, ਹੈ ਨਾ, ਕਲਾ ਲਈ, ਕਿਉਂਕਿ ਅਸੀਂ 5 ਧੀਆਂ ਆਪਣੇ ਪਿਓ ਦੀਆਂ ਤੇ ਮੈਂ ਸਭ ਤੋਂ ਵੱਡੀ। ਤੇ ਪਿਤਾ ਨੂੰ ਤਾਂ ਕਬੀਲਦਾਰੀ ਦਾ ਹੀ ਫਿਕਰ ਪਿਆ ਰਹਿੰਦਾ ਹੋਣਾ ਨਾ। ਸੋ ਉਹਨਾਂ ਨੂੰ ਕੀ ਸੀ ਗੀਤਾਂ ਨਾਲ। ਸੋ ਜਦੋਂ ਮੈਂ ਗੀਤ ਲਿਖਣੇ ਸ਼ੁਰੂ ਕੀਤੇ, ਜੋੜਨੇ ਸ਼ੁਰੂ ਕੀਤੇ, ਤਾਂ ਜਦੋਂ ਮੇਰੀ ਮਾਂ ਨੇ ਮੇਰੀ ਕਾਪੀ ਦੇਖੀ ਪਹਿਲੇ ਗੀਤਾਂ ਦੀ, ਤੇ ਉਹਨੇ ਪਾੜ ਕੇ ਚੁੱਲ੍ਹੇ 'ਚ ਡਾਹਤੀ, ਅੱਗ 'ਚ ਸਾੜਤੀ। ਤੇ ਫਿਰ ਨਾਲ ਹੀ ਉਹਨੇ ਮੇਰੇ ਪਿਤਾ ਜੀ ਤੇ ਜਿਹੜੇ ਅੜਬ ਸੁਭਾਅ ਦਾ ਮੈਨੂੰ ਡਰਾਵਾ ਦਿੱਤਾ ਵੀ ਕਬੀਲਦਾਰਾਂ ਦੀਆਂ ਧੀਆਂ ਗੀਤ ਗੂਤ ਨਹੀਂ ਲਿਖਦੀਆਂ ਹੁੰਦੀਆਂ, ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਤੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੂ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੇਰੀ ਕਵਿਤਾ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ। ਪਰ ਮੈਂ ਸੋਚਦੀ ਸੀਗੀ ਚਲ ਧੀਆਂ ਦਾ ਕਿਹੜਾ ਇੱਕੋ ਘਰ ਹੁੰਦਾ। ਫਿਰ ਉਹਨਾਂ ਨੇ ਮੈਨੂੰ ਜ਼ਿਆਦਾ ਪੜ੍ਹਨ ਵੀ ਨਹੀਂ ਦਿੱਤਾ ਕਿ ਮੈਂ 9ਵੀਂ 'ਚ ਪੜ੍ਹਦੀ ਸੀਗੀ, ਬੀਜੀ ਦੇ ਸੱਟ ਲੱਗ ਗਈ, ਖੇਤੀਬਾੜੀ ਕਰਦੇ ਸੀਗੇ, ਗੱਡੇ ਤੋਂ ਡਿੱਗ ਪਏ ਸੀਗੇ, ਬਾਂਹ ਟੁੱਟ ਗਈ, ਹੰਸ ਦੀ ਹੱਡੀ ਟੁੱਟ ਗਈ। ਫਿਰ ਬਸ ਮੈਨੂੰ, ਜਿਵੇਂ ਮੈਂ ਵੱਡੀ ਸੀ ਤੇ ਉਹਨਾਂ ਨੂੰ ਲੱਗਿਆ ਵੀ ਇਹਨੂੰ ਹਟਾ ਲਓ, ਵੀ ਘਰ ਦੇ ਵਿੱਚ ਜਵਾਕ ਆ 5-6 ਅਸੀਂ ਭੈਣ ਭਰਾ ਤੇ ਡੰਗਰ ਸਾਰੇ, ਮਤਲਬ ਇੰਨਾ ਕੰਮ ਕਾਰ ਕਰਨ ਲਈ ਉਹਨਾਂ ਨੂੰ ਜਿਵੇਂ ਹੈਲਪ ਦੀ ਜ਼ਰੂਰਤ ਸੀ ਤਾਂ ਮੈਨੂੰ ਕੁਰਬਾਨੀ ਦੇਣੀ ਪਈ ਪੜ੍ਹਾਈ ਦੀ। ਸੋ ਜਿਹੜੇ ਮੈਂ ਸੁਪਨੇ ਬੁਣੇ ਸੀ ਜਾਂ ਮੈਨੂੰ ਜਿਵੇਂ ਜਦੋਂ ਮੈਂ ਕਵਿਤਾਵਾਂ ਜੋੜ ਕੇ ਲੈ ਕੇ ਜਾਂਦੀ ਸੀ, ਮੈਨੂੰ ਅਧਿਆਪਕਾਂ ਤੋਂ ਸ਼ਾਬਾਸ਼ ਮਿਲਦੀ ਸੀ ਤੇ ਬਾਲ ਦਰਬਾਰ 'ਚ ਮੈਂ ਆਪਣੇ ਗੀਤ ਗਾਉਂਦੀ ਸੀਗੀ।
ਤਾਂ ਉਹਨਾਂ ਨੇ ਮੇਰੇ ਮਨ ਵਿੱਚ ਇਹ ਸੁਪਨਾ ਬੀਜਤਾ ਸੀਗਾ ਵੀ ਤੂੰ ਵੱਡੀ ਹੋ ਕੇ ਕਵਿੱਤਰੀ ਬਣੇਂਗੀ, ਤੂੰ ਪੜ੍ਹ ਲਿਖ ਕੇ ਜ਼ਰੂਰ ਕੁਝ ਬਣੇਂਗੀ। ਸੋ ਮੈਂ ਸੋਚਦੀ ਸੀ ਕਿ ਚਲੋ ਵੀ ਮੈਂ ਜਿਵੇਂ ਸਾਡੇ ਪਿੰਡ 'ਚ 2-3 ਕੁੜੀਆਂ ਕੋਰਸ ਕਰਕੇ ਆਪਣੇ JBT ਵਗੈਰਾ ਦੇ ਅਧਿਆਪਕ ਲੱਗੀਆਂ ਨੇ, ਵੀ ਮੈਂ ਵੀ ਅਧਿਆਪਕ ਲੱਗੂੰਗੀ, ਮੈਂ ਵੀ ਟੀਚਰ ਬਣੂੰਗੀ। ਜਾਂ ਮਾਸਟਰ ਜੀ ਨੇ ਕਿਹਾ ਵੀ ਤੂੰ ਕਵਿੱਤਰੀ ਬਣੇਗੀ, ਵੀ ਮੈਂ ਕਵਿੱਤਰੀ ਬਣੂੰਗੀ, ਹੈ ਨਾ। ਸੋ ਉਹ ਜਿਹੜਾ ਮੇਰਾ ਕੁਛ ਬਣਨ ਦਾ ਸੁਪਨਾ ਸੀਗਾ ਪੜ੍ਹ ਲਿਖ ਕੇ, ਹੈ ਨਾ, ਕੁਛ ਉਹ ਮੇਰਾ ਜਿਹੜੀ ਚਕਨਾਚੂਰ ਹੋ ਗਿਆ ਜਦੋਂ ਮੈਨੂੰ ਸਕੂਲੋਂ ਹਟਾਇਆ ਗਿਆ। ਤੇ ਮੈਂ ਫਿਰ ਅਗਲਾ ਸੁਪਨਾ ਦੇਖਣ ਲੱਗੀ ਵੀ ਅਗਲੇ ਘਰ ਦਾ, ਵੀ ਚਲੋ ਮੇਰਾ ਇੱਕ ਘਰ, ਇੱਕ ਪਰਿਵਾਰ ਹੋਰ ਆ। ਜੇ ਮੇਰਾ ਵਧੀਆ ਘਰ ਵਿਆਹ ਹੋ ਗਿਆ, ਉਹ ਲੋਕ ਮੇਰੀ ਭਾਵਨਾ ਨੂੰ ਸਮਝਦੇ ਹੋਏ ਵੀ ਸ਼ਾਇਦ ਉਹ ਮੈਨੂੰ ਸਕੂਲੇ ਲਾ ਦੇਣ ਦੁਬਾਰਾ, ਸ਼ਾਇਦ ਮੈਂ ਫਿਰ ਪੜ੍ਹ ਲਿਖ ਕੇ ਕੁਝ ਬਣ ਸਕਾਂ। ਪਰ ਇਸ ਤਰ੍ਹਾਂ ਹੋਇਆ ਵੀ ਵਿਆਹ ਤਾਂ ਛੋਟੀ ਉਮਰ 'ਚ ਹੀ ਹੋ ਗਿਆ ਮੇਰਾ ਨਾ, ਜਿਵੇਂ ਮੈਨੂੰ ਲੱਗਿਆ ਵੀ ਚਲੋ ਵੀ ਸ਼ਾਇਦ ਮੇਰੇ ਇਸ ਕਰਕੇ ਮੇਰੀ ਪਰਮਾਤਮਾ ਨੇ ਸੁਣ ਲਈ ਵੀ ਮੈਂ ਹੁਣ ਜਾ ਕੇ ਪੜ੍ਹਨ ਲੱਗੂੰਗੀ ਸਕੂਲੇ, ਵੀ ਉਸ ਪਰਿਵਾਰ ਨੂੰ ਕਹੂੰਗੀ ਮੈਂ। ਸੋ ਮੈਂ ਹਲੇ ਜਦੋਂ ਛੋਟੀ ਉਮਰ ਦੇ ਵਿੱਚ ਜਦੋਂ ਵਿਆਹ ਹੋ ਗਿਆ ਤਾਂ ਮੈਂ ਜਾ ਕੇ ਕਿਹਾ ਉਹਨਾਂ ਨੂੰ, ਮੈਂ ਕਿਹਾ ਮੈਂ ਪੜ੍ਹਨ ਲੱਗਣਾ, ਸਕੂਲੇ ਜਾਣਾ, ਵੀ ਮੈਂ 10ਵੀਂ ਕਰਨੀ ਆ, ਵੀ 10ਵੀਂ ਕਰਕੇ ਫਿਰ ਮੈਂ JBT ਕਰਨੀ ਆ। ਤੇ ਉਹਨਾਂ ਨੇ ਕਿਹਾ ਵੀ ਨਹੀਂ, ਵੀ ਵਿਆਹੀਆਂ ਵਰੀਆਂ ਧੀਆਂ ਨਾ ਸਕੂਲੇ ਨਹੀਂ ਜਾਂਦੀਆਂ, ਆਪਣਾ ਘਰ ਦਾ ਕੰਮ ਕਾਰ ਕਰੋ। ਉਸ ਵੇਲੇ ਮੈਨੂੰ ਪਤਾ ਲੱਗਿਆ ਵੀ ਧੀਆਂ ਦਾ ਕੋਈ ਘਰ ਨਹੀਂ ਹੁੰਦਾ। ਵੀ ਜਿਵੇਂ ਮਾਪੇ ਕਹਿ ਦਿੰਦੇ ਆ ਜੇ ਅਸੀਂ ਸੁਰਮਾ ਵੀ ਕਦੇ ਪਾ ਲੈਣਾ ਅੱਖਾਂ 'ਚ, ਤਾਂ ਉਹਨਾਂ ਨੇ ਕਹਿਣਾ ਆਪਣੇ ਘਰ ਜਾ ਕੇ ਪਾਇਓ, ਹਨਾ। ਤੇ ਜਦੋਂ ਅਸੀਂ ਸਹੁਰੇ ਜਾਂਦੇ ਹਾਂ ਤਾਂ ਸਾਨੂੰ ਉਹ ਕਹਿੰਦੇ ਆ ਵੀ ਇੱਕ ਅਖਾਣ ਵੀ ਬਣਿਆ ਹੋਇਆ ਵੀ ਧੀਆਂ ਲਈ ਵੀ ਆਉਣ ਪਰਾਈਆਂ ਜਾਈਆਂ ਤੋੜਨ ਸਕਿਆਂ ਭਾਈਆਂ, ਵੀ ਇੱਥੇ ਸਾਨੂੰ ਬਗਾਨਾ ਧਨ ਕਹਿੰਦੇ ਸੀਗੇ ਮਾਪੇ, ਤੇ ਸਹੁਰੇ ਪਰਿਵਾਰ ਦੇ ਵਿੱਚ ਸਾਡੇ ਲਈ ਇਹੋ ਜਿਹੇ ਅਖਾਣ ਆ ਵੀ ਇਸ ਤਰ੍ਹਾਂ। ਸੋ ਉੱਥੇ ਗੀਤਾਂ ਦਾ ਸਫ਼ਰ ਕੀ ਕਰਦਾ, ਤਾਂ ਉਦੋਂ ਮੈਨੂੰ ਇੱਕ ਬਸ ਸ਼ੇਰ ਯਾਦ ਆਉਂਦਾ ਹੁੰਦਾ ਜਦੋਂ ਮੈਂ ਇਹ ਗੱਲ ਕਰਦੀ ਹਾਂ। ਹੁਣ ਉਰਦੂ ਦਾ ਇੱਕ ਸ਼ੇਰ ਆ ਵੀ ਜਦੋਂ ਉਹ ਘਰ ਦੀਆਂ ਕੰਧਾਂ ਉੱਚੀਆਂ ਕਰਤੀਆਂ ਉਹਨਾਂ ਨੇ, ਜਦੋਂ ਮੈਂ ਥੋੜ੍ਹੇ ਦਿਨ ਹੋਏ ਸੀ ਮੇਰੇ ਵਿਆਹ ਨੂੰ, ਤੇ ਘਰ ਦੀ ਛੋਟੀ ਛੋਟੀ 4 ਦੀਵਾਰੀ ਸੀ, ਪਾਰਕ ਸੀ ਨਾਲ ਲੱਗਵਾ, ਤੇ ਉਹਨਾਂ ਨੇ ਉੱਥੇ ਇੱਟਾਂ ਚਿਣ ਕੇ ਉਹ ਇੰਨੀ ਉੱਚੀ ਕਰਤੀ ਵੀ ਮੈਂ ਬਾਹਰ ਨਾ ਵੇਖ ਸਕਾਂ, ਹੈ ਨਾ। ਓ ਮਾਈ ਗॉड। ਤਾਂ ਮੈਨੂੰ ਉਦੋਂ ਲੱਗਿਆ ਵੀ अभी तो मैंने तसव्वुर किया था रिहाई का, बुलंद हो गई दीवारें कैद खानों की, भी ਇਹ ਕੈਦਖਾਨਾ ਮੇਰੇ ਲਈ ਉਸਰਿਆ ਵਾ, ਇਹਦੀਆਂ ਦੀਵਾਰਾਂ ਮੇਰੇ ਲਈ ਉੱਚੀਆਂ ਹੋਈਆਂ ਨੇ। ਜਦੋਂ ਇਹ ਸ਼ਾਇਰੀ ਦਾ ਸਫ਼ਰ ਸ਼ੁਰੂ ਹੋਇਆ ਜੀ, ਤੇ ਜਦੋਂ ਅਸੀਂ ਸ਼ਬਦਾਂ ਵੱਲ ਤੁਰਦੇ ਹਾਂ, ਕਿਸੇ ਨਾ ਕਿਸੇ ਕਿਤਾਬ ਨੂੰ ਪੜ੍ਹ ਕੇ, ਕਿਸੇ ਕੋਈ ਸ਼ਾਇਰ ਤੁਹਾਡਾ ਆਈਡੀਅਲ ਹੁੰਦਾ, ਮਤਲਬ ਕਿਹਦਾ ਤੁਸੀਂ ਪ੍ਰਭਾਵ ਕਬੂਲਿਆ ਜਦੋਂ ਲੱਗਾ ਕਿ, ਜਾਂ ਮਤਲਬ ਇੱਕ ਕਵੀ ਜਾਂ ਕਵਿੱਤਰੀ ਜਾਂ ਲੇਖਕ ਦੇ ਅੰਦਰ ਇੱਕ ਵਿਰੋਧ ਪੈਦਾ ਹੁੰਦਾ ਜੀ, ਤਾਂ ਉਹ ਜਾ ਕੇ ਮਤਲਬ ਰਚਨਾ ਵੱਲ ਤੁਰਦਾ, ਤੇ ਉਦੋਂ ਕਿਹੜੇ ਸ਼ਾਇਰ ਦਾ ਤੁਸੀਂ ਪ੍ਰਭਾਵ ਕਬੂਲਿਆ ਤੇ ਫਿਰ ਤੁਸੀਂ ਲਿਖਣ ਵੱਲ ਆਏ, ਜੀ ਗੀਤ ਜੁੜਿਆ ਜਾਂ ਕਵਿਤਾ ਵੱਲ ਆਏ? ਜਿਹੜੀ ਸ਼ੁਰੂਆਤੀ ਮੇਰੀ ਕਵਿਤਾ ਹਨਾ, ਜਿਹੜੀਆਂ ਤੁਕਾਂ ਜੋੜੀਆਂ ਨਿਆਣੀ ਉਮਰ 'ਚ, ਉਹ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਗੀਤ ਸੁਣਦੀ ਸੀ, ਮੇਰੇ ਕੰਨਾਂ 'ਚ ਜਿਹੜੇ ਪੈਂਦੇ ਸੀਗੇ, ਚਾਹੇ ਉਹ ਵਿਆਹ ਸ਼ਾਦੀਆਂ ਤੇ ਗਾਏ ਜਾਣ ਵਾਲੇ ਗੀਤ ਹੁੰਦੇ ਸੀ ਜਿਹੜੀਆਂ ਔਰਤਾਂ ਗਾਉਂਦੀਆਂ ਸੀਗੀਆਂ, ਘੋੜੀਆਂ, ਸੁਹਾਗ, ਜਾਂ ਫਿਰ ਜਿਹੜੇ ਵਿਆਹ ਸ਼ਾਦੀਆਂ ਤੇ ਲਾਊਡ ਸਪੀਕਰ ਵੱਜਦੇ ਸੀਗੇ, 3-4 ਦਿਨ ਵੱਜਦਾ ਰਹਿੰਦਾ ਸੀ ਲਾਊਡ ਸਪੀਕਰ, ਉਹਦੇ 'ਚ ਧਾਰਮਿਕ ਗੀਤ ਵੀ ਹੁੰਦੇ ਸੀ, ਉਹਦੇ ਵਿੱਚ ਵਾਰਾਂ ਵੀ ਹੁੰਦੀਆਂ ਸੀ। ਤਾਂ ਉਹਦੇ ਵਿੱਚ ਉਹ ਫਿਰ ਜਿਹੜੇ ਗੁਰਦੁਆਰੇ ਦੇ ਸਪੀਕਰ 'ਚ ਵੱਜਦੇ ਸੀਗੇ ਧਾਰਮਿਕ ਗੀਤ, ਲਾਲ ਚੰਦ ਜਮਲਾ ਜੱਟ ਹੋਣਾ ਦੇ, ਹਨਾ, ਇਸ ਤਰ੍ਹਾਂ ਦੇ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ, ਇਸ ਤਰ੍ਹਾਂ ਦੇ ਗੀਤ ਜਿਹੜੇ ਮੈਨੂੰ ਚੰਗੇ ਲੱਗਦੇ ਸੀ, ਮਿੱਠੇ ਲੱਗਦੇ ਸੀਗੇ। ਸੋ ਉਹਨਾਂ ਦਾ ਪ੍ਰਭਾਵ ਸੀਗਾ ਮੇਰੇ ਤੇ। ਮੇਰਾ ਦਿਲ ਕਰਦਾ ਸੀ ਵੀ ਮੈਂ ਵੀ ਇਦਾਂ ਗੀਤ ਜੋੜਾਂ। ਤੇ ਇੱਕ ਸਾਡੇ ਘਰ ਫਿਰ ਰੇਡੀਓ ਆ ਗਿਆ ਸੀਗਾ, ਪਹਿਲਾਂ ਨਹੀਂ ਸੀ ਹੁੰਦਾ, ਪਰ ਬਾਅਦ ਵਿੱਚ ਜਦੋਂ ਸਾਡੇ ਘਰ ਰੇਡੀਓ ਆਇਆ ਤਾਂ ਉੱਥੋਂ ਮੈਂ ਬਹੁਤ ਫਿਰ ਗੀਤ, ਜਾਣੀ ਫਿਲਮੀ ਗੀਤ ਵੀ ਸੁਣਨੇ ਸ਼ੁਰੂ ਕੀਤੇ ਮੈਂ। ਸੁਰਿੰਦਰ ਕੌਰ ਪ੍ਰਕਾਸ਼ ਉਹਨਾਂ ਦੇ ਗੀਤ, ਫਿਲਮੀ ਗੀਤ ਸਾਰੇ ਜੋ ਵੀ ਚੱਲਦੇ ਹੁੰਦੇ ਸੀ ਪ੍ਰੋਗਰਾਮ, ਤੇ ਉੱਥੋਂ ਹੀ ਮੇਰਾ ਜਾਣੀ ਕਿ ਮੇਰੀ ਕਲਾ, ਮੇਰੀ ਕਵਿਤਾ, ਤਾਂ ਮੇਰੇ ਗਿਆਨ ਦਾ ਜਿਹੜਾ ਸਰੋਤ ਸੀਗਾ ਰੇਡੀਓ ਬਣਿਆ। ਉੱਥੇ ਮੈਂ ਕਲਾਕਾਰਾਂ ਦੇ ਨਾਲ ਹੁੰਦੀਆਂ ਜਿਹੜੀਆਂ ਮੁਲਾਕਾਤਾਂ ਸੁਣਨੀਆਂ, ਸਾਰੀਆਂ ਪ੍ਰੋਗਰਾਮ ਜਿੰਨੇ ਮੈਂ ਸੁਣ ਸਕਦੀ ਹੁੰਦੀ ਸੀਗੀ, ਤਾਂ ਉੱਥੇ ਕਲਾਕਾਰਾਂ ਦੇ ਨਾਲ ਜਦੋਂ ਮੁਲਾਕਾਤਾਂ ਹੋਣੀਆਂ, ਉਹਨਾਂ ਨੇ ਬੜੇ ਸਤਿਕਾਰ ਨਾਲ ਉਹਨਾਂ ਨੇ ਕਹਿਣਾ ਵੀ ਸਾਡੇ ਸਟੂਡੀਓ 'ਚ ਇਹ ਆਏ ਨੇ, ਹੈ ਨਾ, ਇਹਨਾਂ ਦਾ ਇੰਨਾ ਨਾਮ ਆ, ਇਹਨਾਂ ਨੇ ਇੰਨਾ ਕੰਮ ਕੀਤਾ ਕਲਾ ਦੇ ਖੇਤਰ 'ਚ, ਚਾਹੇ ਕਦੇ ਉਹ ਕੋਈ ਗੀਤਕਾਰ ਹੁੰਦਾ ਸੀਗਾ ਜਾਂ ਕੋਈ ਵੀ, ਹੈ ਨਾ, ਫਿਲਮਕਾਰ ਜਾਂ ਕੋਈ ਗਾਇਕ। ਤੇ ਮੈਂ ਬੱਚਿਆਂ ਦੇ ਪ੍ਰੋਗਰਾਮ 'ਚ ਇੱਕ ਵਾਰੀ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੂੰ ਵੀ ਮੈਂ ਸੁਣਿਆ ਉਸ ਬਾਲੜੀ ਉਮਰ ਦੇ ਵਿੱਚ, ਤੇ ਉਦੋਂ ਮੈਨੂੰ ਪਤਾ ਨਹੀਂ ਸੀ ਹੁੰਦਾ, ਪਰ ਮੈਨੂੰ ਇੰਨਾ ਯਾਦ ਆ ਬਾਅਦ ਵਿੱਚ ਫਿਰ ਉਹ ਪੂਰੇ ਹੋ ਗਏ ਸੀ, ਮੈਂ ਉਹਨਾਂ ਨੂੰ ਮਿਲ ਨਹੀਂ ਸਕੀ, ਦੇਖ ਨਹੀਂ ਸਕੀ ਜਦੋਂ ਮੈਂ ਖੇਤਰ 'ਚ ਸਰਗਰਮ ਹੋਈ ਹਾਂ। ਤਾਂ ਮੈਨੂੰ ਉਹਨਾਂ ਦੀ ਬਸ ਇੱਕ ਕਵਿਤਾ ਯਾਦ ਰਹਿ ਗਈ ਸੀ, ਉਹਨਾਂ ਨੇ ਉਹ ਕਵਿਤਾ ਪੜ੍ਹੀ ਸੀਗੀ,
ਛੱਤੋ ਦੇ ਪਛਵਾੜੇ, ਇਦਾਂ ਇੱਕ ਬੇਰੀ ਦੀ ਦਾ ਜਿਵੇਂ ਜਿਹ 'ਚ ਜ਼ਿਕਰ ਆਉਂਦਾ, ਅਸੀਂ ਬੇਰ ਤੋੜਦੇ ਸੀ, ਖਾਂਦੇ ਸੀਗੇ, ਫਿਰ ਸਾਡਾ ਫਿਰ ਉਹ ਛੱਤੋ ਨੇ ਆ ਕੇ ਸਾਨੂੰ ਵੀ ਗਾਲਾਂ ਕੱਢਣੀਆਂ ਨਾ। ਸੋ ਮੈਂ ਕਿਹਾ ਅੱਛਾ ਇਹ ਪ੍ਰੋਫੈਸਰ ਮੋਹਨ ਸਿੰਘ ਤਾਂ ਮੈਂ ਸੁਣੇ ਹੋਏ ਆ, ਬਾਅਦ ਵਿੱਚ ਮੈਂ ਕਿਹਾ ਕਵਿਤਾ ਤਾਂ ਉੱਥੇ ਮੈਂ ਸੁਣੀ ਹੋਈ ਆ। ਸੋ ਉਹ ਜਿਹੜਾ ਰੇਡੀਓ ਸੀਗਾ ਉਹਨੇ ਮੈਨੂੰ ਮੇਰੇ ਅੰਦਰ ਜਾਣੀ ਫਿਰ ਹੋਰ ਉਹ ਜਿਹੜਾ ਸੁਪਨਾ ਸੀਗਾ ਉਹ ਪੱਕਾ ਕਰਤਾ। ਸੋ ਇਸ ਤਰ੍ਹਾਂ ਬਸ ਸ਼ੁਰੂਆਤੀ ਦੌਰ ਸੀਗਾ। ਇਸ ਤਰ੍ਹਾਂ ਮੈਂ ਹੌਲੀ ਹੌਲੀ ਬਸ ਫਿਰ ਮੈਂ ਕੁਦਰਤ ਦੀ ਸੁਗਾਤ ਸਮਝਦੀ ਹਾਂ ਕਵਿਤਾ ਨੂੰ, ਕਿਉਂਕਿ ਮੇਰੇ ਘਰ ਦੇ ਵਿੱਚ ਜਿਹੜੇ ਅਸੀਂ 6 ਭੈਣ ਭਰਾ ਸੀਗੇ, ਪਰ ਮੇਰੇ ਮਾਤਾ ਪਿਤਾ ਵੀ ਸੀਗਾ, ਹੋਰ ਕਿਸੇ ਦਾ ਕੋਈ ਇੱਦਾਂ ਲਗਾਓ ਨਹੀਂ ਸੀਗਾ ਕਵਿਤਾ ਦੇ ਨਾਲ। ਸੋ ਇੱਕ ਤਾਂ ਮੈਂ ਸੋਚਦੀ ਹਾਂ ਵੀ ਕੁਦਰਤ ਦੀ ਬਖਸ਼ਿਸ਼ ਆ ਹਨਾ, ਰੱਬੀ ਦਾਤ ਆ, ਤੇ ਦੂਜਾ ਇਹ ਆ ਵੀ ਤੁਸੀਂ ਕਿੰਨੇ ਕੁ ਲਗਨ ਦੇ ਨਾਲ, ਕਿੰਨੀ ਤੁਹਾਡੀ ਆਪਣੀ ਸ਼ਿੱਦਤ ਕਿੰਨੀ ਕਾ, ਤੁਸੀਂ ਕਿਸ ਤਰ੍ਹਾਂ ਉਸ, ਕਿਉਂਕਿ ਕਹਿੰਦੇ ਵੀ ਸਾਰਿਆਂ ਦੇ ਕੋਲ ਕੋਈ ਨਾ ਕੋਈ ਹੁਨਰ ਹੁੰਦਾ, ਪਰ ਕੋਈ ਬੰਦਾ ਆਪਣੇ ਹੁਨਰ ਦੇ ਨਾਲ ਕਿੰਨੀ ਕੁ ਸ਼ਿੱਦਤ ਨਾਲ ਜੁੜ ਜਾਂਦਾ, ਕਿੰਨੀ ਕੁ ਲਗਨ ਪੱਕੀ ਆ, ਨਿਸ਼ਚਾ ਕਿੰਨਾ ਕੁ ਪੱਕਾ। ਸੋ ਸ਼ਾਇਦ ਮੇਰੀ ਤੜਪ ਪੱਕੀ ਸੀ। ਜਿਸ ਤਰ੍ਹਾਂ ਤੁਹਾਡੇ ਗੀਤ ਮਤਲਬ ਰਿਕਾਰਡ ਵੀ ਬਹੁਤ ਸਾਰੇ ਲੋਕਾਂ ਨੇ ਕੀਤੇ, ਫਿਰ ਤੁਸੀਂ ਕਵਿਤਾ ਲਿਖੀ, ਫਿਰ ਗਜ਼ਲ ਵੱਲ ਆਏ, ਔਰ ਬੜੇ ਵਿਸ਼ਵ ਪੱਧਰ ਤੇ ਤੁਹਾਡੀ ਗਜ਼ਲ ਨੂੰ ਜਿਹੜੀ ਉਹ ਪ੍ਰਮਾਣਿਤ ਹੋਈ, ਤੁਸੀਂ ਆਪਣੇ ਆਪ ਨੂੰ ਪ੍ਰਮਾਣਿਤ ਕੀਤਾ। ਇੱਕ ਆਪਾਂ ਹੋਰ ਗੱਲ ਕਰਦੇ ਹਾਂ ਵੀ ਇਹ ਪ੍ਰੇਮ ਬਾਰਵਟਨੀ ਸੀ ਇੱਕ ਸ਼ਾਇਰ ਬਹੁਤ ਵੱਡੇ, ਤੇ ਉਹਨਾਂ ਨੇ ਇੱਕ ਸ਼ੇਰ ਲਿਖਿਆ ਸੀਗਾ, ਉਹ ਸਾਰੀ ਉਹਦੇ ਤੋਂ ਗੱਲ ਸ਼ੁਰੂ ਕਲੀਅਰ ਹੋ ਜਾਣੀ ਆ। ਪ੍ਰੇਮ ਪੁੱਛਾਂਗੇ ਕਿਸੇ ਦਿਨ ਅੰਮ੍ਰਿਤਾ ਨੂੰ ਜਾ ਕੇ, ਇੱਕ ਗਜ਼ਲ ਨੂੰ ਹੈ ਗਜ਼ਲ ਨਾਲ ਇੰਨਾ ਵੈਰ ਕਿਉਂ। ਕਿਉਂਕਿ ਅੰਮ੍ਰਿਤਾ ਪ੍ਰੀਤਮ ਨੇ 1986 ਚ ਮੇਰਾ ਸਫ਼ਰ ਸ਼ੁਰੂ ਹੋਇਆ ਨਾਗਮਨੀ ਚ ਛਪਣ ਦਾ, ਤੇ ਮੈਂ ਉਹਦੇ ਚ ਕਦੀ ਵੀ ਕਿਸੇ ਦੀ ਜਿਹੜੀ ਗਜ਼ਲ ਆ ਉਹ ਛਪੀ ਨਹੀਂ, ਜਾਂ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਗਜ਼ਲ ਨਹੀਂ ਛਪਣੀ। ਹੁਣ ਜਿਹੜੀ ਗਜ਼ਲ ਹੈ ਜਾਂ ਕਵਿਤਾ ਵਾ, ਹੁਣ ਗਜ਼ਲ ਜਿਹੜੀ ਆ ਕਵਿਤਾ ਤੋਂ ਵੱਧ ਸੰਵੇਦਨਸ਼ੀਲ ਆ, ਉਹਦੇ ਚ ਵੱਧ ਭਾਵਨਾਵਾਂ ਹੁੰਦੀਆਂ, ਬੜੀਆਂ ਸੂਖਮ ਜਿਹੀਆਂ ਹੁੰਦੀਆਂ ਹਨਾ, ਔਰ ਲਿਖਣੀ ਵੀ ਔਖੀ ਆ। ਤੇ ਅੰਮ੍ਰਿਤਾ ਨੇ ਮਤਲਬ ਗਜ਼ਲ ਨਹੀਂ ਛਾਪੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਇੱਕ ਭਾਵਨਾ ਦੇ ਨਾਲ ਜੁੜੇ ਤੁਸੀਂ ਸ਼ਾਇਰ ਆ। ਜੀ, ਮੈਨੂੰ ਲੱਗਦਾ ਕਿ ਜਿਵੇਂ ਮੈਂ ਗਜ਼ਲ ਦੇ ਇਤਿਹਾਸ ਬਾਰੇ ਪੜ੍ਹਿਆ ਜਾਂ ਜਾਣਿਆ, ਜਿੰਨਾ ਕਿ ਸੁਣਿਆ, ਜਿੰਨਾ ਕਿ ਨਾ ਵੀ ਸਾਡੇ ਜਦੋਂ ਪੰਜਾਬੀ ਦੇ ਵਿੱਚ ਇਹ ਗਜ਼ਲ ਆਈ ਆ ਹਨਾ, ਲਿਖਣੀ ਸ਼ੁਰੂ ਕੀਤੀ ਸ਼ਾਇਰਾਂ ਨੇ, ਤਾਂ ਜਿਹੜੇ ਵਿਦਵਾਨ ਸੀ, ਲੇਖਕ ਸੀ ਉਸ ਵੇਲੇ ਸਰਗਰਮ ਖੇਤਰ ਦੇ ਵਿੱਚ, ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ, ਕਿਉਂਕਿ ਉਦੋਂ ਛੰਦ ਕਵਿਤਾ, ਜਿਹੜੀ ਛੰਦਬੱਧ ਕਵਿਤਾ ਪ੍ਰਚਲਿਤ ਸੀ, ਸਟੇਜੀ ਕਵਿਤਾ ਜਾਂ ਦੂਜੀ ਕਵਿਤਾ ਹਨਾ ਜਿਵੇਂ, ਪਰ ਮੈਂ ਸੁਣਿਆ ਵੀ ਜਿਹੜਾ ਗਜ਼ਲ ਦਾ ਜਿਹੜਾ ਵਿਰੋਧ ਉਹ ਪਹਿਲਾਂ ਉਰਦੂ ਵਾਲਿਆਂ ਨੇ ਵੀ ਬਹੁਤ ਕੀਤਾ। ਉਰਦੂ ਵਿੱਚ ਵੀ ਕਿਹਾ ਵੀ ਇਹ ਕੀ ਸਿਨਫਾ, ਕਿਉਂਕਿ ਅਰਬੀ ਚੋਂ ਆਈ ਹੋਈ ਸਿਨਫਾ, ਤੇ ਉਰਦੂ ਵਿੱਚ ਵੀ ਬਹਿਸ ਚੱਲਦੀ ਰਹੀ ਵੀ ਇਹ ਕੀ ਆ, ਵੀ ਇੱਕ ਸ਼ੇਰ ਵਿਯੋਗ ਦਾ ਹੁੰਦਾ, ਦੂਜਾ ਸੰਜੋਗ ਦਾ, ਵੀ ਇਹਦਾ ਕੋਈ ਲੜ ਸਿਰਾ ਨਹੀਂ ਗਾ, ਵੀ ਇਹ ਖਿੰਡਿਆ ਹੋਇਆ ਇੱਕ ਕਾਵ ਰੂਪ ਆ ਹਨਾ, ਖਿੰਡੀ ਹੋਈ ਬਿਰਤੀ ਚੋਂ ਨਿਕਲਿਆ ਹੋਇਆ, ਵੀ ਇੱਕ ਦੂਜੇ ਨਾਲ ਕੋਈ ਸ਼ੇਰ ਦੀ ਕੋਈ ਸਾਂਝ ਨਹੀਂ ਹੈਗੀ। ਤੇ ਫਿਰ ਇਹੀ ਬਹਿਸ ਸਾਡੇ ਪੰਜਾਬੀ ਦੇ ਵਿਦਵਾਨਾਂ ਨੇ ਛੇੜ ਲਈ ਵੀ ਇਹ ਕਿਹੜੀ ਕਵਿਤਾ ਹੋਈ, ਇਹਦੇ 'ਚ ਕੋਈ ਇੱਕ ਭਾਵਨਾ ਨਹੀਂ ਹੈਗੀ, ਵੀ ਇਹ ਕੋਈ ਖਿੰਡੀ ਹੋਈ ਬਿਰਤੀ ਦੀ ਖਿੰਡੀ ਹੋਈ ਇੱਕ ਸਿਨਫਾ ਹਨਾ। ਸੋ ਪਰ ਜਦੋਂ ਇਹ ਹੌਲੀ ਹੌਲੀ ਲਿਖਦੇ ਰਹੇ ਹਨਾ ਲੋਕ, ਉਰਦੂ ਵਿੱਚ ਵੀ ਦੇਖੋ ਤੁਸੀਂ ਹੁਣ ਕਿੰਨੀ ਇਹ ਹਰਮਨ ਪਿਆਰੀ ਵਿਧਾ ਵਾ, ਔਰ ਪੰਜਾਬੀ ਦੇ ਵਿੱਚ ਵੀ ਇਹਨੇ ਕਿੰਨਾ ਆਪਣਾ ਸੋਹਣਾ ਸਥਾਨ ਬਣਾ ਲਿਆ। ਇਹਦੇ ਵਿੱਚ ਪਤਾ ਨਹੀਂ ਕੀ ਖਿੱਚ ਸੀ, ਕੀ ਟੂਣੇ ਹਾਰੀ ਇਹਦੇ ਵਿੱਚ ਖਿੱਚ ਆ ਗਜ਼ਲ ਸਿਨਫਾ ਜਿਹੜੀ, ਵੀ ਇਹਨੂੰ ਹੁਣ ਸਟੇਜਾਂ ਤੇ ਵੀ ਵੱਧ ਤੋਂ ਵੱਧ ਹੰਗਾਰਾ ਮਿਲਦਾ, ਸਟੇਜਾਂ ਤੇ ਬੜੀ ਇਹਨੂੰ ਦਾਦ ਮਿਲਦੀ ਆ, ਤੇ ਸਰਬ ਪ੍ਰਵਾਨਿਤ ਆ ਇਹ, ਹਰ ਕੋਈ ਇਹਨੂੰ ਸੁਣ ਕੇ ਆਨੰਦ ਮਾਣਦਾ, ਇਹਦੇ ਨਾਲ ਝੂਮਦਾ, ਇਹਦੇ ਸ਼ੇਰਾਂ ਦੇ ਨਾਲ ਜੁੜਦਾ। ਸੋ ਸ਼ਾਇਦ ਮੈਂ ਕਹਿੰਦੀ ਆ ਵੀ ਜਿਹੜੀ ਗਜ਼ਲ ਦੀ ਖੂਬਸੂਰਤੀ ਵੀ ਇਹੀ ਆ ਵੀ ਉਹਦੇ ਵਿੱਚ ਇੱਕ ਤਰ੍ਹਾਂ ਦੀ ਆਜ਼ਾਦੀ ਵੀ ਆ, ਵੀ ਇੱਕ ਸ਼ੇਰ ਦੇ ਵਿੱਚ ਤੁਸੀਂ ਗੱਲ ਕਹਿਤੀ, ਅਗਲੇ ਸ਼ੇਰ ਦੇ ਵਿੱਚ ਤੁਸੀਂ ਹੋਰ ਕੋਈ ਖਿਆਲ ਸਮੇਟਣਾ ਵਾ, ਵੀ ਇਹਦੇ ਵਿੱਚ ਇੱਕ ਦੋਹਿਆਂ ਵਰਗੀ ਜਾਂ ਸਲੋਕਾਂ ਵਰਗੀ ਖੂਬਸੂਰਤੀ ਆ। ਜਿਵੇਂ ਫਰੀਦ ਦੇ ਸਲੋਕ ਆ, ਉਹ 2 ਸਤਰਾਂ ਵਿੱਚ ਇੱਕ ਗੱਲ ਸਮੇਟ ਦਿੰਦੇ ਆ, ਇੱਕ ਖਿਆਲ ਸਮੇਟ ਕੇ ਉਸ ਤੋਂ ਬਾਅਦ ਉਹ ਅਗਲੇ ਖਿਆਲ ਨੂੰ ਅਗਲੀਆਂ 2 ਸਤਰਾਂ 'ਚ ਸਮੇਟ ਦਿੰਦੇ ਆ। ਉਸ ਤਰ੍ਹਾਂ ਦੀ ਇੱਕ ਖੂਬਸੂਰਤੀ ਆ, ਉਸ ਤਰ੍ਹਾਂ ਦੀ ਸੰਖੇਪਤਾ ਇਹਦੇ ਵਿੱਚ, ਉਸ ਤਰ੍ਹਾਂ ਦੀ ਸੰਗੀਤਾਤਮਕਤਾ ਇਹਦੇ ਵਿੱਚ। ਸੋ ਇਸ ਕਰਕੇ ਵੀ ਸ਼ਾਇਦ ਗਜ਼ਲ ਦੇ ਪਪੂਲਰ ਹੋਣ ਦਾ, ਹਰਮਨ ਪਿਆਰੀ ਹੋਣ ਦਾ ਕਾਰਨ ਆ। ਔਰ ਉਹਦੇ ਵਿੱਚ ਜਿਹੜੀ ਇੱਕ ਗਜ਼ਲ ਦੇ ਵਿੱਚ ਗਜ਼ਲੀਅਤ, ਉਹਦੀ ਨਾਜ਼ੁਕਤਾ ਵੀ, ਇਹ ਨਾਜ਼ੁਕ ਸਿਨਫ ਇੱਕ ਸਮਝੀ ਜਾਂਦੀ ਆ। ਪਹਿਲਾਂ ਇਹਦੇ ਅਰਥ ਹੋਰ ਸੀ, ਖੈਰ ਵੀ ਗਜ਼ਲ ਦਾ ਮਤਲਬ ਸੀਗਾ ਵੀ ਔਰਤਾਂ ਨਾਲ ਗੱਲਾਂ ਕਰਨੀਆਂ ਹਨਾ, ਤਾਂ ਪਰ ਬਾਅਦ ਵਿੱਚ ਔਰਤਾਂ ਜਦੋਂ ਖੁਦ ਸ਼ਾਇਰੀ ਕਰਨ ਲੱਗੀਆਂ, ਖੁਦ ਗਜ਼ਲ ਲਿਖਣ ਲੱਗੀਆਂ, ਤਾਂ ਫਿਰ ਹੁਣ ਗਜ਼ਲ ਦੇ ਵਿਸ਼ਿਆਂ ਵਿੱਚ ਹਰ ਤਰ੍ਹਾਂ ਦਾ ਜਿਹੜਾ
ਗਜ਼ਲ ਦੇ ਸ਼ੇਰਾਂ ਵਿੱਚ ਹਰ ਤਰ੍ਹਾਂ ਦਾ ਵਿਸ਼ਾ ਵੀ ਸਮੇਟਿਆ ਜਾਣ ਲੱਗਿਆ। ਤਾਂ ਹੁਣ ਇਹਦੀ ਗਜ਼ਲ ਦੇ ਉਹ ਅਰਥ ਨਹੀਂ ਰਹੇ ਔਰ ਗਜ਼ਲ ਵੀ ਵਿਸ਼ਾਲ ਹੋ ਗਈ ਸਮੇਂ ਦੇ ਨਾਲ ਔਰ ਗਜ਼ਲ ਦੇ ਅਰਥ ਵੀ ਵਿਸ਼ਾਲ ਹੋ ਗਏ। ਅੱਛਾ ਅੰਮ੍ਰਿਤ ਜੀ, ਜਿਹੜੀ ਗਜ਼ਲ ਦੀ ਸ਼ਾਇਰੀ ਆ ਜੀ ਠੀਕ ਹੈ ਨਾ, ਉਹਦੇ ਵਿੱਚ ਜਿਹੜੀ ਔਰਤ ਗਜ਼ਲਕਾਰ ਆ ਜੀ ਉਹ ਬਹੁਤ ਚੰਦ ਨਾਂ ਸਾਹਮਣੇ ਆਏ ਆ। ਜਦੋਂ ਕਿ ਜੇ ਆਪਾਂ ਸਰਜੀਤ ਪਾਤਰ ਤੋਂ ਲੈ ਕੇ ਗੁਰਤੇਜ ਕੁਹਾਰ ਵਾਲੇ ਤੱਕਰ ਜਾਂ ਵਿਜੇ ਵਿਵੇਕ ਤੱਕਰ ਆਉਂਦੇ ਆ, ਤੇ ਇਹਦੇ ਦਰਮਿਆਨ ਬਹੁਤ ਸਾਰੇ ਜਿਹੜੇ ਮਰਦ ਲੇਖਕ ਆ ਗਜ਼ਲ ਦੇ ਵਿੱਚ ਪ੍ਰਵਾਨ ਹੋਏ ਔਰ ਬਹੁਤ ਵਧੀਆ ਲਿਖ ਵੀ ਰਹੇ ਆ। ਹੁਣ ਸੁਰਜੀਤ ਸਖੀ ਹੈ, ਸੁਖਵਿੰਦਰ ਅੰਮ੍ਰਿਤ ਹੈ ਜੀ, ਕਮਲ ਕਾਰਸ਼ੀ ਆ ਜੀ, ਸਿਮਰਤ ਜੋਤ ਕੌਰ ਮਾਨ ਆ ਜੀ, ਅਨੂ ਬਾਲਾ ਵਾ। ਇਹ 4-5 ਜਿਹੜੇ ਸ਼ਾਇਰਾ ਵਾ ਜਿਹੜੀ ਗਜ਼ਲ ਦੇ ਵਿੱਚ ਸਾਹਮਣੇ ਆਈਆਂ। ਇਹਦੇ ਕੀ ਕਾਰਨ ਹੋ ਸਕਦੇ ਆ ਕਿ ਹੋਰ ਜਿਹੜੀ ਅੱਜ ਦੀ ਹੁਣ ਦੇਖੋ ਤੁਹਾਡਾ ਇੱਕ ਯੁੱਗ ਆ ਹੈ ਨਾ, ਆਪਣਾ ਅਨੂ ਬਾਲਾ, ਤੁਹਾਡੇ ਹਾਣੀ ਆ ਹੈ ਨਾ, ਮਤਲਬ ਜਿਹੜੇ ਹੋਰ ਵੀ 4-5 ਮੈਂ ਨਾਂ ਲੈ ਰਿਹਾ, ਸਰਜੀਤ ਸਖੀ ਹੋਣੀ ਤੁਹਾਡੇ ਤੋਂ ਸੀਨੀਅਰ, ਤੁਹਾਡੇ ਤੋਂ ਅੱਗੇ ਮਤਲਬ ਜਾਂ ਇਹਨਾਂ ਤੋਂ ਅੱਗੇ ਮਤਲਬ ਕੋਈ ਜਿਹੜੀ ਬਹੁਤ ਤੁਹਾਡੇ ਵਰਗੀ ਜਾਂ ਖੂਬਸੂਰਤ ਗਜ਼ਲ ਲਿਖਣ ਵਾਲੀ ਲੜਕੀ ਮਤਲਬ ਉਹ ਕੀ ਕਾਰਨ ਹੋ ਸਕਦਾ? ਕਿਤੇ ਪੰਜਾਬੀ ਸਾਹਿਤ 'ਚ ਕਿਤੇ ਨਜ਼ਰ ਨਹੀਂ ਆ ਰਹੀ ਉਹ। ਅਸਲ ਦੇ ਵਿੱਚ ਨਾ ਮੈਂ ਜਦੋਂ ਮੈਂ ਸੋਚਦੀ ਹਾਂ ਵੀ ਕੁੜੀਆਂ ਕਿਉਂ ਨਹੀਂ ਹੈਗੀਆਂ ਇੰਨੀਆਂ ਸਰਗਰਮ ਨਾ, ਵੀ ਸਾਡੇ ਸਾਹਿਤ ਦੇ ਖੇਤਰ ਦੇ ਵਿੱਚ ਹਰ ਸਿਨਫ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕੁੜੀਆਂ ਦੀ ਗਿਣਤੀ ਹਲੇ ਵੀ ਕਾਫੀ ਘੱਟ ਆ ਹਨਾ, ਚਾਹੇ ਕਹਾਣੀ ਦਾ ਖੇਤਰ ਆ, ਨਾਵਲ ਦਾ ਖੇਤਰ ਆ, ਇਹ ਨਹੀਂ ਇਕੱਲਾ ਵੀ ਸ਼ਾਇਰੀ ਜਾਂ ਗਜ਼ਲ ਦੇ ਖੇਤਰ ਦੇ ਵਿੱਚ ਹੀ ਵੀ ਕੁੜੀਆਂ ਦੀਆਂ ਜਿਹੜੀਆਂ ਮੈਂ ਸੋਚਦੀ ਹਾਂ ਦੂਰੀਆਂ ਤੀਰੀਆਂ ਜ਼ਿੰਮੇਵਾਰੀਆਂ ਸਮਾਜ ਦੇ ਵਿੱਚ, ਘਰ ਪਰਿਵਾਰ ਦੀਆਂ, ਨੌਕਰੀ ਦੀਆਂ, ਹੋਰ ਰਿਸ਼ਤਿਆਂ ਨੂੰ ਸਾਂਭ ਕੇ ਰੱਖਣ ਦੀਆਂ, ਰਿਸ਼ਤਿਆਂ ਦੇ ਨਾਲ ਵਰਤ ਵਰਤਾਰੇ, ਰੀਤਾਂ, ਰਸਮਾਂ, ਦਿਨ ਤਿਉਹਾਰ, ਇਹ ਸਾਰੇ ਜਿਹੜੇ ਘਰ ਦੇ ਨਾਲ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੇ ਕੰਮ ਕਾਜ ਨੇ ਉਹਨਾਂ ਦਾ ਬੋਝ ਔਰਤ ਤੇ ਜ਼ਿਆਦਾ ਵਾ। ਤੇ ਹੁਣ ਅੱਜ ਕੱਲ ਪਹਿਲਾਂ ਕੁੜੀਆਂ ਚਲੋ ਜਿਵੇਂ ਮੈਂ ਨੌਕਰੀ ਨਹੀਂ ਕੀਤੀ ਹੈ ਨਾ, ਤੇ ਮੈਂ ਆਪਣਾ ਜਿਹੜਾ ਸਾਰਾ ਮੇਰਾ ਜੋ ਵੀ ਮੇਰੇ ਕੋਲ ਸਮਾਂ ਬਚਦਾ ਸੀ ਘਰ ਦੇ ਕੰਮ ਕਾਜ ਤੋਂ ਇਲਾਵਾ, ਤਾਂ ਉਹ ਮੈਂ ਆਪਣੀ ਸ਼ਾਇਰੀ ਨੂੰ ਦਿੱਤਾ, ਪੜ੍ਹਨ ਨੂੰ ਦਿੱਤਾ, ਲਿਖਣ ਨੂੰ ਦਿੱਤਾ, ਸੋਚਣ ਨੂੰ ਦਿੱਤਾ। ਪਰ ਜਿਹੜੀਆਂ ਕੁੜੀਆਂ ਹੁਣ ਪੜ੍ਹ ਲਿਖ ਕੇ ਕੰਮ ਕਰਦੀਆਂ ਨੇ, ਬਹੁਤ ਕੁੜੀਆਂ ਨੇ ਹਨਾ, ਤੇ ਜੇ ਉਹਨਾਂ ਦੇ ਵਿੱਚ ਵਿਚਾਰੀਆਂ ਦੇ ਵਿੱਚ ਕੋਈ ਮਤਲਬ ਲਿਖਣ ਦੀ ਚੇਟਕ ਹੁੰਦੀ ਵੀ ਆ ਤਾਂ ਉਹ ਵੀ ਹੌਲੀ ਹੌਲੀ ਖਤਮ ਹੋ ਜਾਂਦੀ ਆ, ਵੀ ਉਹ ਕਿੰਨਾ ਕੁ ਕੁਛ ਨਾਲ ਲੈ ਕੇ ਚੱਲ ਸਕਦੀਆਂ। ਸੋ ਇਸ ਤਰ੍ਹਾਂ ਮੈਂ ਦੇਖਦੀ ਹਾਂ ਵੀ ਜਿਹੜੀਆਂ ਕੁੜੀਆਂ ਸਾਡੀਆਂ ਲਿਖਦੀਆਂ ਨੇ ਉਹ ਨਾਲ ਨਾਲ ਨੌਕਰੀਆਂ ਵੀ ਕਰਦੀਆਂ, ਸੋ ਘਰ ਪਰਿਵਾਰ, ਮੈਨੂੰ ਲੱਗਦਾ ਇਹ ਵੱਡਾ ਕਾਰਨ ਆ ਵੀ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਦਾ ਬੋਝ ਜ਼ਿਆਦਾ ਆ। ਇੱਕ ਗੱਲ ਇਹਦੇ ਵਿੱਚੋਂ ਹੀ ਮਤਲਬ ਸਵਾਲ ਪੈਦਾ ਹੁੰਦਾ ਤੇ ਮੇਰੀ ਇੱਕ ਸਲਾਹ ਵੀ ਆ ਜੀ, ਵੀ ਜਿੱਦਾਂ ਤੁਸੀਂ ਕਹਿ ਰਹੇ ਵੀ ਬਹੁਤ ਸਾਰੀਆਂ ਕੁੜੀਆਂ ਨੂੰ, ਲੇਖਕਾਵਾਂ ਨੂੰ ਜ਼ਿੰਮੇਵਾਰੀਆਂ ਦੱਬ ਦਿੰਦੀਆਂ, ਉਹਨਾਂ ਦੀ ਇਮੋਸ਼ਨਸ ਨੂੰ ਦੱਬ ਦਿੰਦੀਆਂ, ਤੇ ਫਿਰ ਸੁਖਵਿੰਦਰ ਅੰਮ੍ਰਿਤ ਉਹਨਾਂ ਨੂੰ ਮਤਲਬ ਸੁਨੇਹਾ ਕਿਉਂ ਨਹੀਂ ਦਿੰਦੇ ਇੱਥੇ ਇਸ ਵੇਲੇ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ? ਮੈਂ ਆਪ ਸਮਝਦੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ, ਉਹਨਾਂ ਦੇ ਦੁੱਖਾਂ ਦਰਦਾਂ ਨੂੰ, ਉਹਨਾਂ ਦੀਆਂ ਮੈਂ ਸਾਰੀਆਂ ਮਜਬੂਰੀਆਂ ਨੂੰ ਮੈਂ ਸਮਝਦੀ ਹਾਂ। ਇਸ ਕਰਕੇ ਮੈਂ ਉਹਨਾਂ ਨਾਲ ਬਸ ਹਮਦਰਦੀ ਹੀ ਕਰ ਸਕਦੀ ਹਾਂ ਵੀ ਉਹਨਾਂ ਦੀ ਪ੍ਰਤਿਭਾ ਦਾ ਇੱਦਾਂ ਘਾਣ ਹੋ ਜਾਂਦਾ ਵਾ, ਉਹ ਸਾਰਾ ਕੁਝ ਨਾਲ ਲੈ ਕੇ ਨਹੀਂ ਚੱਲ ਸਕਦੀਆਂ, ਉਹ ਕਿਤੇ ਨਾ ਕਿਤੇ ਹਾਰ ਜਾਂਦੀਆਂ, ਥੱਕ ਜਾਂਦੀਆਂ, ਉਹਨਾਂ ਸਮਾਂ ਨਹੀਂ ਦੇ ਸਕਦੀਆਂ ਆਪਣੀ ਕਲਾ ਨੂੰ। ਇਹ ਵੱਡਾ ਕਾਰਨ ਸਮਝਦੀ ਹਾਂ ਮੈਂ। ਤੇ ਬਾਕੀ ਜਿਹੜੀਆਂ ਹਾਲੇ ਵੀ ਮੈਂ ਦੇਖਿਆ ਵੀ ਸਾਡੇ ਪਰਿਵਾਰਾਂ ਦੇ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ ਆ, ਉਹਨਾਂ ਨੂੰ ਐਡੀ ਛੇਤੀ ਇਹ ਖੁੱਲ੍ਹ ਨਹੀਂ ਮਿਲਦੀ ਹੈਗੀ ਬਈ ਉਹ ਕਾਪੀ ਪੈਨ ਲੈ ਕੇ ਬੈਠੀਆਂ ਰਹਿਣ। ਅੱਛਾ ਅੰਮ੍ਰਿਤ ਜੀ, ਇੱਕ ਮੇਰਾ ਹੋਰ ਸਵਾਲ ਹੈ, ਗਜ਼ਲ ਦੇ ਵਿੱਚ, ਕਵਿਤਾ ਦੇ ਵਿੱਚ, ਸ਼ਾਇਰੀ ਦੇ ਵਿੱਚ ਇੱਕ ਇਮੋਸ਼ਨਸ ਹੁੰਦੇ ਆ ਜੀ, ਠੀਕ ਆ, ਤੇ ਇੱਕ ਫਿਲਾਸਫੀ ਆ ਜੀ। ਤੁਹਾਡੀਆਂ ਜਿੰਨੀਆਂ ਵੀ ਕਿਤਾਬਾਂ ਮੈਂ ਪੜ੍ਹੀਆਂ, ਤੁਹਾਡੀ ਸ਼ਾਇਰੀ ਪੜ੍ਹੀ ਆ ਜੀ, ਨਹੀਂ ਤੇ ਬਹੁਤ ਹੁੰਦਾ ਕਿਤੇ ਫਿਲਾਸਫੀ ਹੁੰਦੀ ਹੈ ਤੇ ਇਕੱਲੇ ਇਮੋਸ਼ਨਸ ਹੁੰਦੇ ਆ। ਤੁਹਾਡੀ ਜਿਹੜੀ ਗਜ਼ਲ ਪ੍ਰਵਾਨ ਹੋਈ ਆ ਠੀਕ ਹੈ, ਉਹਦੇ 'ਚ ਇਹ ਦੋਨੇ ਚੀਜ਼ਾਂ ਦੀ ਜਿਹੜੀ ਮਤਲਬ ਭਰਮਾਰ ਹੈਗੀ ਆ, ਗੱਲ ਹੈਗੀ ਆ, ਤੁਹਾਡੀ 'ਚ ਤਰਕ ਵੀ ਆ, ਇਮੋਸ਼ਨਸ ਵੀ ਆ। ਇਹ ਸੁਚੇਤ ਰਹਿ ਕੇ ਹੋ ਜਾਂਦਾ ਸਾਰਾ ਕੁਝ ਕਿ ਅਚੇਤ ਹੀ ਹੋ ਜਾਂਦਾ ਸਾਰਾ ਕੁਝ? ਵਿਸ਼ਾਲ ਜੀ, ਅਚੇਤ ਹੀ ਹੋ ਜਾਂਦਾ ਸਾਰਾ ਕੁਝ, ਬਣਿਆ ਬਣਾਇਆ ਆਉਂਦਾ। ਮਤਲਬ ਜਿਹੜੀ ਕਵਿਤਾ ਹੁੰਦੀ ਆ ਨਾ, ਉਹ ਕਵੀ ਦੀ ਸ਼ਖਸੀਅਤ ਦਾ ਜਿਹੜਾ ਇੱਕ ਪ੍ਰਗਟਾ ਹੁੰਦੀ ਆ। ਸੋ ਜੋ ਮਨ ਵਿੱਚ ਚੱਲਦਾ ਵਾ, ਜੋ ਮਨ ਵਿੱਚ ਜੋ ਆਪਣੇ ਨਾਲ ਤਕਰਾਰ ਚੱਲਦਾ ਵਾ, ਆਪਣੇ ਨਾਲ ਡਾਇਲੋਗ ਚੱਲਦਾ ਵਾ, ਕਿਉਂਕਿ ਸਾਡੇ ਵਿੱਚ ਦੋ ਬੰਦੇ ਹੁੰਦੇ ਆ, ਤਾਂ ਇੱਕ ਹਾਂ ਵਾਲੇ ਪਾਸੇ ਖੜਾ ਹੁੰਦਾ, ਇੱਕ ਨਾ ਵਾਲੇ ਪਾਸੇ ਖੜਾ ਹੁੰਦਾ। ਸੋ ਜੋ ਸਾਡੇ ਅੰਦਰਲੇ ਮਨ ਦੇ ਸਵਾਲ ਜਵਾਬ, ਆਪਣੇ ਆਪ ਨਾਲ ਡਾਇਲਾਗ, ਸਾਰੇ ਮਤਲਬ ਜੋ ਵੀ ਅਸੀਂ ਬੁਣਤੀਆਂ ਬੁਣਦੇ ਆ, ਉਹ ਸਾਰਾ ਕੁਝ ਰਲ ਮਿਲ ਕੇ ਸਾਡੇ ਵਰਕਿਆਂ ਤੇ ਸਾਡੀ ਸ਼ਾਇਰੀ ਦੇ ਵਿੱਚ ਉਤਰਦਾ ਵਾ। ਇਸ ਕਰਕੇ ਸਾਰਾ ਕੁਝ ਸਹਿਜ ਹੀ ਆ ਔਰ ਅਚੇਤੇ ਹੀ ਸਾਰਾ ਕੁਝ ਆ ਜਾਂਦਾ। ਹਾਂ ਸੁਖਵਿੰਦਰ ਜੀ, ਇੱਕ
ਮਤਲਬ ਕਵੀ ਹੈ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਮਾਜ ਨਾਲ ਕਵੀ ਦਾ ਜਿਹੜਾ ਰਿਸ਼ਤਾ ਵਾ ਉਹ ਕਿਹੋ ਜਿਹਾ ਹੋਣਾ ਚਾਹੀਦਾ? ਇੱਕ ਤਾਂ ਐਜ਼ ਏ ਆਪਾਂ ਇਨਸਾਨ ਸੋਚਦੇ ਹਾਂ ਪਹਿਲਾਂ, ਕਿਉਂਕਿ ਕਵੀ ਤੋਂ ਪਹਿਲਾਂ ਆਪਾਂ ਮਨੁੱਖ ਹਾਂ, ਹਨਾ। ਸੋ ਮੈਂ ਸੋਚਦੀ ਹਾਂ ਵੀ ਕਵੀ ਹੁੰਦਾ ਹੀ ਉਹ ਆ ਮਨੁੱਖ ਜਿਹੜਾ ਸੰਵੇਦਨਸ਼ੀਲ ਥੋੜਾ ਜਿਹਾ ਵੱਧ ਹੁੰਦਾ ਆਮ ਲੋਕਾਂ ਨਾਲੋਂ। ਸੋ ਪਹਿਲੀ ਗੱਲ ਤਾਂ ਉਹ, ਕਿਉਂਕਿ ਪਹਿਲਾਂ ਹੀ ਉਹ ਸੰਵੇਦਨਸ਼ੀਲ ਹੈਗਾ ਤੇ ਉਹਦਾ ਰਿਸ਼ਤਾ ਵਧੀਆ ਹੀ ਹੁੰਦਾ ਵਾ ਕਵੀ ਦਾ। ਸੋ ਵਧੀਆ ਹੀ ਹੋਣਾ ਚਾਹੀਦਾ, ਸੋ ਵਧੀਆ ਹੁੰਦਾ ਵੀ ਆ, ਮੈਂ ਸੋਚਦੀ ਹਾਂ। ਸੁਖਿੰਦਰ ਜੀ, ਇੱਕ ਮੇਰਾ ਸਵਾਲ ਇਹ ਵੀ ਹੈ ਜੀ ਕਿ ਜਦੋਂ ਅੱਜ ਤੁਸੀਂ ਕਿਸੇ ਮੁਸ਼ਾਇਰੇ 'ਚ ਜਾਂਦੇ ਆ, ਜੀ ਦੇਸ਼ਾਂ ਵਿਦੇਸ਼ਾਂ ਦੇ ਤੁਸੀਂ ਬਹੁਤ ਸਾਰੇ ਟੂਰ ਲਾਏ ਆ, ਬਹੁਤ ਸਾਰੇ ਲੋਕ ਤੁਹਾਡੀ ਸ਼ਾਇਰੀ ਨੂੰ ਪਸੰਦ ਕਰਦੇ ਆ ਤੇ ਪ੍ਰਮਾਣਿਤ ਹੋਏ ਆ। ਜੀ ਲੋਕ ਤੁਹਾਨੂੰ ਸੁਣਨਾ ਚਾਹੁੰਦੇ, ਲੋਕ ਤੁਹਾਨੂੰ ਦੇਖਣਾ ਚਾਹੁੰਦੇ, ਲੋਕ ਤੁਹਾਨੂੰ ਮਿਲਣਾ ਚਾਹੁੰਦੇ ਆ। ਤੇ ਜਦੋਂ ਮਤਲਬ ਉਸ ਘਰ ਦੀਆਂ ਕੰਧਾਂ ਉੱਚੀਆਂ ਕਰਤੀਆਂ, ਇਹ ਤੁਹਾਨੂੰ ਕਾਪੀ ਪੈਨ ਨਹੀਂ ਸੀ ਤੁਹਾਡੇ ਵਾਸਤੇ, ਘਰ ਦੀਆਂ ਕੰਧਾਂ ਵਾ, ਘਰ 'ਚ ਜੀ ਸਾਹ ਲੈਂਦੇ ਆ। ਜੀ ਤੇ ਉਹ ਜਦੋਂ ਅੱਜ, ਜੇ ਮੈਂ ਤੁਹਾਡੇ ਹਸਬੈਂਡ ਦੀ ਗੱਲ ਕਰਾਂ, ਹਨਾ, ਤੇ ਜਦੋਂ ਉਹ ਆਪਣੀ ਸੁਖਵਿੰਦਰ ਅੰਮ੍ਰਿਤ ਨੂੰ ਇੱਥੇ ਪਹੁੰਚਿਆ ਦੇਖਦੇ ਆ, ਉਹਨਾਂ ਨੂੰ ਮਾਣ ਹੁੰਦਾ ਹੋਊਗਾ। ਤੇ ਹੁਣ ਉਹ ਉਦੋਂ ਤੁਹਾਨੂੰ ਕਿਸ ਤਰ੍ਹਾਂ ਲੈਂਦੇ ਸੀ ਤੁਸੀਂ ਦੱਸ ਚੁੱਕੇ ਆ, ਹੁਣ ਉਹ ਕਿਸ ਤਰ੍ਹਾਂ ਲੈਂਦੇ ਤੁਹਾਨੂੰ? ਬਸ ਹੁਣ ਉਹ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਕਵਿਤਾ ਕੁਵਿਤਾ ਕੀ ਹੁੰਦੀ ਆ। ਜਿਵੇਂ ਮੈਂ ਉਹਨਾਂ ਨੂੰ ਦੂਜਿਆਂ ਨਾਲ ਗੱਲਾਂ ਕਰਦੀ ਦੇਖਦੀ ਆ ਨਾ, ਕੋਈ ਪੁੱਛ ਲੈਂਦਾ ਦੇ ਸਹਿ ਸੁਭਾਈ ਹੈ ਨਾ, ਵੀ ਕਿੱਦਾਂ ਲੱਗਦਾ ਤੁਹਾਨੂੰ? ਉਹ ਕਹਿੰਦੇ ਬਸ ਵਧੀਆ ਲੱਗਦਾ ਵਾ। ਕਹਿੰਦੇ ਪਹਿਲਾਂ ਕਿਉਂ ਨਹੀਂ ਸੀ ਵਧੀਆ ਲੱਗਦਾ? ਕਹਿੰਦੀ ਉਦੋਂ ਬਸ ਜਾਣੀ ਮੈਂ ਜਦੋਂ ਜਿੰਨਾ ਕੁ ਸੁਣਿਆ ਮੈਂ, ਕਹਿੰਦੇ ਉਦੋਂ ਬਸ ਘਰਦੇ ਨਹੀਂ ਸੀ ਮੰਨਦੇ। ਕਹਿੰਦੇ ਫਿਰ ਮੈਂ ਘਰਦਿਆਂ ਨੂੰ ਵੀ ਰਾਜੀ ਰੱਖਣਾ ਸੀਗਾ ਤੇ ਮੈਂ ਕੀ ਕਰਦਾ, ਹਨਾ। ਸੋ ਮਾਂ ਪਿਓ ਦੀ ਰਿਸਪੈਕਟ ਕਰਨੀ, ਉਹਨਾਂ ਦਾ ਸਤਿਕਾਰ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਫਿਰ ਉਹ ਜਿਵੇਂ ਕਹਿ ਦਿੰਦੇ ਆ ਵੀ ਇਹ ਤਾਂ ਹੁਣ ਆਈ ਆ ਵੀ ਅਸੀਂ ਤੈਨੂੰ ਜੰਮਿਆ ਪਾਲਿਆ, ਸਾਡੀ ਗੱਲ ਨਹੀਂ ਸੁਣਦਾ ਤੂੰ। ਸੋ ਵਿਚਾਲੇ ਜਿਹੜਾ ਮੁੰਡਾ ਹੁੰਦਾ ਤਾਂ ਦੋ ਪੁੜਾਂ ਦੇ ਵਿਚਾਲੇ ਫਸਿਆ ਹੁੰਦਾ, ਫਿਸਰਿਆ ਹੁੰਦਾ ਘੁਣ ਵਾਂਗੂ। ਅੰਮ੍ਰਿਤ ਜੀ, ਇੱਕ ਜਿਸ ਤਰ੍ਹਾਂ ਤੁਸੀਂ 9ਵੀਂ 10ਵੀਂ ਦੀ ਗੱਲ ਕੀਤੀ, ਇੱਕ ਸੁਪਨਾ ਹੁੰਦਾ ਬੰਦੇ ਦਾ ਜੀ, ਉਹ ਉਮਰ ਹੀ ਇਸ ਤਰ੍ਹਾਂ ਦੀ ਹੁੰਦੀ ਹੈ, ਸੁਪਨਾ ਲਿਆ ਜਾਂਦਾ ਜੀ। ਕੋਈ ਇਸ ਤਰ੍ਹਾਂ ਦਾ ਸੁਪਨੇ ਦੀ ਗੱਲ ਕਰੋ ਕਿ ਮਤਲਬ ਜਿਹੜਾ ਅਜੇ ਵੀ ਤੁਹਾਨੂੰ ਟੁੱਟਦਾ ਲੱਗਦਾ ਹੋਵੇ ਰਾਤ ਨੂੰ ਤੇ ਤਰਬਕ ਕੇ ਉੱਠਦੇ ਹੋਵੋ, ਜਿਹੜਾ ਸੁਪਨਾ ਪੂਰਾ ਨਾ ਹੋਇਆ ਹੋਵੇ? ਅਸਲ 'ਚ ਨਾ ਜਿਸ ਮਾਹੌਲ 'ਚ ਮੈਂ ਜੰਮੀ ਪਲੀ ਵੱਡੀ ਹੋਈ ਹੈ ਨਾ, ਜੋ ਸਾਡੇ ਘਰ ਦਾ ਪਰਿਵਾਰ ਦਾ ਮਾਹੌਲ ਸੀਗਾ, ਉੱਥੇ ਅਸੀਂ ਵੱਡੇ ਸੁਪਨੇ ਦੇਖ ਹੀ ਨਹੀਂ ਸੀ ਸਕਦੇ। ਅਸੀਂ ਛੋਟੇ ਛੋਟੇ ਸੁਪਨੇ ਦੇਖ ਸਕਦੇ ਸੀ। ਬਸ ਮੈਂ ਐਡਾ ਕੀ ਸੁਪਨਾ ਦੇਖ ਸਕਦੀ ਸੀਗੀ ਵੀ ਮੈਂ 10ਵੀਂ ਪੂਰੀ ਕਰ ਲਵਾਂ, ਮੇਰੇ ਕੋਲੇ ਕਾਪੀ ਪੈਨ ਹੋਵੇ, ਮੈਨੂੰ ਕੋਈ ਰੋਕੇ ਨਾ ਲਿਖਣ ਨੂੰ ਪੜ੍ਹਨ ਨੂੰ। ਸੋ ਇਹੀ ਸੁਪਨਾ ਸੀਗਾ ਮੇਰਾ, ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਸੁਪਨਾ ਮੈਨੂੰ ਕਿੱਥੇ ਤੱਕ ਲੈ ਕੇ ਜਾਊਗਾ। ਜਦੋਂ ਮੈਂ ਲਿਖਣ ਲੱਗ ਗਈ ਤਾਂ ਜਦੋਂ ਮੈਂ ਆਪਣੇ ਕਾਪੀਆਂ 'ਤੇ ਗੀਤ ਦੇਖਿਆ ਕਰਾਂ, ਮੈਨੂੰ ਕਿਹਾ ਕਿ ਮੈਂ ਮਨ 'ਚ ਸੋਚਿਆ ਕਰਾਂ ਵੀ ਹੈ ਤਾਂ ਸੋਹਣੇ ਇਹ, ਪਰ ਇਹ ਕਿਵੇਂ ਵੀ ਛਪਣਗੇ ਕਿਤਾਬਾਂ 'ਚ ਜਿਵੇਂ ਬਾਕੀਆਂ ਦੇ ਗੀਤ ਛਪਦੇ ਆ, ਜਾਂ ਇਹਨਾਂ ਨੂੰ ਕਦੋਂ ਕੋਈ ਗਾਊਗਾ, ਹੈ ਨਾ। ਸੋ ਇਹੋ ਜਿਹੇ ਸੁਪਨੇ ਦੇ ਨਾਲ ਫਿਰ ਸੁਪਨਾ ਜੁੜਦਾ ਸੀਗਾ ਵੀ ਮੈਂ ਆਪਣੇ ਉਸ ਲਿਖੇ ਹੋਏ ਨੂੰ ਛਪਿਆ ਹੋਇਆ ਦੇਖਣਾ ਚਾਹੁੰਦੀ ਸੀ, ਕਿਤੇ ਗਾਇਆ ਹੋਇਆ ਰਿਕਾਰਡ ਹੋਇਆ ਦੇਖਣਾ ਚਾਹੁੰਦੀ ਸੀਗੀ। ਤਾਂ ਉਹ ਫਿਰ ਹੌਲੀ ਹੌਲੀ ਬਸ ਸਫ਼ਰ ਇੱਦਾਂ ਚੱਲਦਾ ਰਿਹਾ ਤੇ ਸਾਰੇ ਮੇਰੇ ਸੁਪਨੇ ਪੂਰੇ ਹੋ ਗਏ। ਮੈਨੂੰ ਇੰਨਾ ਤਾਂ ਪਤਾ ਹੀ ਨਹੀਂ ਸੀਗਾ ਵੀ ਮੈਨੂੰ ਇੰਨਾ, ਮੇਰੀ ਕਵਿਤਾ ਨੂੰ ਇੰਨਾ ਪੜ੍ਹਿਆ, ਇੰਨਾ ਪਿਆਰਿਆ ਜਾਊਗਾ। ਬਸ ਮੇਰੀ ਤਵੱਕੋ ਤੋਂ ਵੱਧ ਹੋ ਗਿਆ। ਅੱਛਾ, ਇੱਕ ਹਰ ਬੰਦੇ ਦੀ ਜ਼ਿੰਦਗੀ 'ਚ ਬਹੁਤ ਖੂਬਸੂਰਤ ਮਰਹਲੇ ਆਉਂਦੇ ਆ ਜੀ, ਜੋ ਹਮੇਸ਼ਾ ਮਤਲਬ ਤੁਹਾਡੇ ਨਾਲ ਤੁਰਦੇ ਰਹਿੰਦੇ ਆ। ਜੀ, ਉਹ ਚਾਹੇ 10 ਸਾਲ ਬੀਤ ਜਾਣ, ਚਾਹੇ 20 ਸਾਲ ਬੀਤ ਜਾਣ, ਜੀ, ਤੇ ਉਹਨੂੰ ਯਾਦ ਕਰਕੇ ਤੁਸੀਂ ਬੜਾ ਭਰ ਜੇ ਜਾਂਦੇ ਆ। ਜੀ। ਕੋਈ ਇਸ ਤਰ੍ਹਾਂ ਦਾ ਲਮਹਾ, ਖੂਬਸੂਰਤ ਯਾਦ? ਬਸ ਸਾਰਾ ਕੁਝ ਖੂਬਸੂਰਤੀ ਵਾਪਰਿਆ ਮੇਰੀ ਜ਼ਿੰਦਗੀ ਦੇ ਵਿੱਚ। ਮੈਂ ਤਾਂ ਇਹ ਕਹਿੰਦੀ ਹਾਂ ਵੀ ਜਿਹੜਾ ਮੈਂ ਸਟਰਗਲ ਕੀਤਾ, ਮੇਰੀਆਂ ਜਿਹੜੀਆਂ ਕਾਪੀਆਂ ਪਾੜੀਆਂ ਮੇਰੇ ਪੇਕਿਆਂ ਨੇ, ਸਹੁਰਿਆਂ ਨੇ, ਉਹ ਵੀ ਖੂਬਸੂਰਤੀ ਸੀਗਾ, ਕਿਉਂਕਿ ਉਸ ਰੌਸ਼ਨੀ ਦੇ ਵਿੱਚ ਮੇਰੀ ਕਵਿਤਾ ਲਿਸ਼ਕੀ ਹੈ। ਉਸ ਰੌਸ਼ਨੀ ਨੇ ਮੈਨੂੰ ਰਸਤਾ ਦਿਖਾਇਆ, ਉਹਨੇ ਮੇਰੀ ਤੜਪ ਨੂੰ ਹੋਰ ਵਧਾਇਆ, ਮੇਰੀ ਸ਼ਿੱਦਤ ਨੂੰ ਹੋਰ ਵਧਾਇਆ, ਮੇਰੇ ਹੁਨਰ ਨੂੰ ਹੋਰ ਲਿਸ਼ਕਾਇਆ। ਮੈਂ ਹੋਰ ਗਹਿਰੀ ਤਰ੍ਹਾਂ ਸੋਚ ਸਕੀ, ਮਹਿਸੂਸ ਕਰ ਸਕੀ ਵੀ ਸਾਡੇ ਸਮਾਜ ਦੇ ਵਿੱਚ ਧੀਆਂ ਦੇ ਇਹ ਹਾਲਾਤ ਕਿਉਂ ਨੇ, ਕਿਹਨੇ ਬਣਾਏ ਨੇ, ਕਾਰਨ ਕੀ ਨੇ,
ਕਿਵੇਂ ਠੀਕ ਹੋਣਗੇ। ਮਤਲਬ ਜੇ ਉਹ ਦੁੱਖ, ਉਹ ਸਟਰਗਲ, ਉਹ ਜਦੋਜਹਿਦ ਮੈਨੂੰ ਨਾ ਕਰਨੀ ਪੈਂਦੀ ਤਾਂ ਮੈਂ ਸਮਾਜ ਦੇ ਵਿੱਚ ਸਾਡੀ ਜੋ ਔਰਤ ਦੀ ਜੋ ਤਰਾਸਦੀ ਆ, ਜੋ ਹੋਣੀ ਆ, ਮੈਨੂੰ ਕਦੇ ਵੀ ਮਹਿਸੂਸ ਨਾ ਕਰ ਸਕਦੀ ਜੇ ਮੈਨੂੰ ਸਾਰਾ ਕੁਝ ਇੰਨਾ ਸੌਖਾ ਮਿਲ ਜਾਂਦਾ, ਤੇ ਨਾ ਸ਼ਾਇਦ ਮੇਰੀ ਕਵਿਤਾ ਦੇ ਵਿੱਚ ਉਹ ਸ਼ਿੱਦਤ ਹੁੰਦੀ। ਕੋਈ ਐਸੀ ਗੱਲ ਜੋ ਅੱਜ ਵੀ ਤੁਹਾਨੂੰ ਉਦਾਸ ਕਰ ਜਾਂਦੀ ਹੋਵੇ? ਬਸ ਇਹੀ ਗੱਲਾਂ ਉਦਾਸ ਕਰਦੀਆਂ ਨੇ ਮੈਨੂੰ, ਜਦੋਂ ਮੈਂ ਆਪਣੇ ਘਰ ਪਰਿਵਾਰ 'ਚ ਜਾਂ ਆਲੇ ਦੁਆਲੇ ਔਰਤਾਂ ਨੂੰ ਇੱਦਾਂ ਦੇਖਦੀਆਂ, ਜ਼ੁਲਮ ਸਹਿੰਦੀਆਂ ਨੇ, ਸਬਰ ਕਰ ਲੈਂਦੀਆਂ ਨੇ, ਉਹਨਾਂ ਨੂੰ ਵਿਚਾਰੀਆਂ ਨੂੰ ਪਤਾ ਹੀ ਨਹੀਂਗਾ ਵੀ ਮੈਂ ਸਾਡੇ ਨਾਲ ਕੀ ਹੋ ਰਿਹਾ ਨਾ। ਮੈਂ ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ, ਬਹੁਤ ਟੱਚਿੰਗ। ਇੱਕ ਨਾ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਵੀ ਇੱਕ ਨਾ ਇੱਧਰ ਕੋਈ ਗਰੀਬ ਇਲਾਕਾ ਵਾ ਨਾ, ਕੋਈ ਜਿਵੇਂ ਕੋਈ ਬਿਹਾਰ ਦੀਆਂ ਔਰਤਾਂ ਹੁੰਦੀਆਂ ਇੱਦਾਂ ਦੇ, ਕੋਈ ਉਹਨਾਂ ਦੇ ਸੀਗਾ, ਤੇ ਉਹ ਨਾ ਮੰਦਿਰ ਦੇ ਵਿੱਚ ਬਾਹਰ ਕੂੜੇਦਾਨ ਰੱਖੇ ਹੋਏ ਆ, ਕੂੜੇਦਾਨ ਪੱਥਰ ਦੇ ਬਣੇ ਹੋਏ ਆ, ਉਹ ਨਾ ਖਰਗੋਸ਼ ਜਿਹਾ ਬਣਿਆ ਹੋਇਆ, ਤੇ ਉਹਦੇ ਢਿੱਡ ਦੇ ਵਿੱਚ ਨਾ ਉਹ ਜਾਣੀ ਕੂੜਾ ਪਾਉਣਾ ਤੁਸੀਂ, ਤੇ ਉਹ ਜਿਹੜੀ ਆ ਨਾ ਔਰਤ, ਉਹ ਜਿਹੜੀ ਪੂਜਾ ਵਾਸਤੇ ਫੁੱਲ ਤੇ ਜਲ ਲੈ ਕੇ ਆਈ ਆ, ਉਹ ਉਹਦੇ ਢਿੱਡ ਵਿੱਚ ਫੁੱਲ ਵੀ ਪਾ ਦਿੰਦੀ ਆ ਤੇ ਜਲ ਵੀ ਪਾ ਦਿੰਦੀ ਆ ਤੇ ਮੱਥਾ ਵੀ ਟੇਕ ਦਿੰਦੀ ਆ। ਤੇ ਉਹਦੇ ਉੱਤੇ ਕੈਪਸ਼ਨ ਲਿਖੀ ਸੀ ਵੀ, ਹੇ ਔਰਤ, ਹੇ ਨਾਰੀ, ਤੂੰ ਇੰਨੀ ਭੋਲੀ ਆ, ਤੂੰ ਕਿਉਂ ਨਾ ਠੱਗੀ ਜਾਵੇਂ। ਸੋ ਇਦਾਂ ਦੀਆਂ ਗੱਲਾਂ ਮੇਰੇ ਮਨ ਨੂੰ ਬਹੁਤ ਛੂੰਹਦੀਆਂ ਜਦੋਂ ਔਰਤਾਂ ਨਾਲ ਵਧੀਕੀਆਂ ਹੁੰਦੀਆਂ। ਤੇ ਭਾਵੇਂ ਹੁਣ ਬਹੁਤ ਜ਼ਮਾਨਾ ਬਦਲ ਗਿਆ, ਹੁਣ ਬਹੁਤ ਕੁੜੀਆਂ ਨੂੰ ਪੜ੍ਹਨ ਲਿਖਣ ਦੇ ਮੌਕੇ ਮਿਲਦੇ ਆ, ਉਹ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ, ਉਹਨਾਂ ਨੂੰ ਪੈਸੇ ਦੀ ਮੁਤਾਜ਼ਗੀ ਘਟ ਜਾਂਦੀ ਆ, ਮੰਗਣੇ ਨਹੀਂ ਪੈਂਦੇ, ਪਰ ਫਿਰ ਵੀ ਹਾਲੇ ਸਾਡੇ ਸਮਾਜ ਦੇ ਵਿੱਚ ਔਰਤ ਬਹੁਤ ਪਛੜੀ ਹੋਈ ਆ, ਔਰ ਕਈਆਂ ਔਰਤਾਂ ਨੂੰ ਹਾਲੇ ਕਈਆਂ ਇਲਾਕਿਆਂ ਦੇ ਵਿੱਚ, ਕਈਆਂ ਸਮਾਜਾਂ ਦੇ ਵਿੱਚ ਆਪਣੇ ਹੱਕਾਂ ਬਾਰੇ ਵੀ ਨਹੀਂ ਪਤਾ। ਉਹਨਾਂ ਨੂੰ ਲੱਗਦਾ ਕਿ ਹਾਂ ਪਤੀ ਪਰਮੇਸ਼ਰ ਆ ਤੇ ਅਸੀਂ ਕੁੱਟ ਖਾਣੀ ਆ, ਅਸੀਂ ਇਹਦੀ ਸੇਵਾ ਕਰਨੀ ਆ, ਤੇ ਜੋ ਇਹਨਾਂ ਦਾ ਕਿਹਾ ਹੋਇਆ ਮੰਨਣਾ। ਸੋ ਇਹੋ ਜਿਹੀਆਂ ਗੱਲਾਂ ਮੈਨੂੰ, ਜਾਂ ਸਾਡੇ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿੰਦੇ, ਮੈਂ ਤੁਹਾਨੂੰ ਕੀ ਦੱਸਾਂ ਬਈ ਜਿਹੜੀਆਂ ਬੱਚੀਆਂ ਦੇ ਨਾਲ ਰੇਪ ਕਰਕੇ ਫਿਰ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਆ, ਕਿੰਨੀ ਕਰੂਰਤਾ ਵਾ ਸਾਡੇ ਸਮਾਜ ਦੇ ਵਿੱਚ, ਇਹ ਗੱਲਾਂ ਮੈਨੂੰ ਉਦਾਸ ਕਰਦੀਆਂ ਨੇ। ਬਸ ਇੱਕ ਨਾਰੀ ਹੋਣ ਦੇ ਨਾਤੇ ਮੈਂ ਸੋਚਦੀ ਹਾਂ ਵੀ ਮੇਰੀ ਆਤਮਾ ਨੂੰ ਇਹ ਵਿੰਨ ਕੇ ਲੰਘਦੀਆਂ ਨੇ। ਸੰਵੇਦਨਸ਼ੀਲ ਪੁਰਸ਼ ਵੀ ਇਹਨਾਂ ਜ਼ਿਆਦਤੀਆਂ ਨੂੰ ਇੱਦਾਂ ਸੋਚਦੇ ਹੋਣੇ ਆ ਨਾ, ਉਹਨਾਂ ਦੇ ਮਨ ਵੀ ਕੰਬਦੇ ਹੋਣੇ ਆ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ, ਪਰ ਇੱਕ ਔਰਤ ਹੋਣ ਕਰਕੇ ਮੈਂ ਸੋਚਦੀ ਹਾਂ ਵੀ ਇਹ ਮੇਰੀ ਜ਼ਾਤੀ ਨਾਲ ਹੋ ਰਿਹਾ, ਮੇਰੀ ਜ਼ਾਤੀਆਂ ਦੇ ਨਾਲੇ ਜ਼ੁਲਮ ਹੋ ਰਿਹਾ। ਉਸ ਪਲ ਨੂੰ ਫੜੀਏ, ਉਸ ਪਲ ਦੀ ਗੱਲ ਕਰੀਏ ਜਦੋਂ ਤੁਸੀਂ ਤੁਹਾਡੀਆਂ ਗਜ਼ਲਾਂ ਆਪਾਂ ਪੜ੍ਹਦੇ ਹਾਂ, ਮੁਹੱਬਤ ਦੀ ਸ਼ਾਇਰੀ ਆ, ਕਿਸੇ ਨੂੰ ਬਹੁਤ ਮੁਹੱਬਤ ਕੀਤੀ ਹੋਵੇ। ਮੁਹੱਬਤ ਕਿੱਥੇ ਮੈਂ ਕਰਨੀ ਸੀਗੀ, ਬੱਚਾ ਤਾਂ ਸੀਗਾ ਮੈਂ ਹਾਲੇ, ਜਦੋਂ ਮੇਰਾ ਵਿਆਹ ਹੋ ਗਿਆ ਮੈਂ ਹਾਲੇ 17 ਸਾਲਾਂ ਦੀ ਸੀਗੀ, ਤੇ ਜਦੋਂ ਮੁਹੱਬਤ ਬਾਰੇ ਸੋਚਣ ਲੱਗਦੇ ਆ ਬੱਚੇ ਹਨਾ, ਉਹਨਾਂ ਦੇ ਥੋੜੇ ਮਨ ਦੇ ਵਿੱਚ ਭਾਵ ਅਹਿਸਾਸ ਉੱਠਣ ਲੱਗਦੇ ਆ ਵੀ ਮੁਹੱਬਤ ਵੀ ਕੋਈ ਇੱਕ ਕਿਸੇ ਅਹਿਸਾਸ ਦਾ ਨਾਮ ਆ ਨਾ। ਤੇ ਉੱਥੇ ਜਿਹੜੇ ਘਰ 'ਚ ਮੈਂ ਪਲੀ ਸੀ, ਉੱਥੇ ਕੋਈ ਮੁਹੱਬਤ ਨਾਂ ਦੀ ਕੋਈ ਚੀਜ਼ ਨਹੀਂ ਸੀਗੀ, ਤੇ ਨਾ ਹੀ ਅਸੀਂ ਕਦੇ ਮਹਿਸੂਸ ਕੀਤਾ ਸੀਗਾ ਉਸ ਚੀਜ਼ ਨੂੰ। ਤੇ ਜਦੋਂ ਸਹੁਰੇ ਪਰਿਵਾਰ ਆ ਗਈ, ਫਿਰ ਮੈਂ ਕਿਹਾ ਹੁਣ ਸਾਰਾ ਕੁਝ ਇਹੀ ਆ, ਇਹੀ ਪਤੀ ਪਰਮੇਸ਼ਰ ਆ, ਇਹੀ ਮੇਰਾ ਸਾਰਾ। ਤੇ ਮੁਹੱਬਤ ਦੀਆਂ ਗੱਲਾਂ ਮੈਂ ਬਸ, ਜਿਹੜੇ ਗਾਣੇ ਵੱਜਦੇ ਹੁੰਦੇ ਸੀ ਸਪੀਕਰਾਂ ਦੇ ਵਿੱਚ, ਹੀਰ ਰਾਂਝੇ ਦੇ, ਸੱਸੀ ਪੁੰਨੂ ਦੇ, ਸੋਹਣੀ ਮਹੀਵਾਲ ਦੀਆਂ ਮਤਲਬ ਗਾਣੇ ਚੱਲਦੇ ਹੁੰਦੇ ਸੀਗੇ ਜਿਹੜੇ ਸਪੀਕਰਾਂ 'ਚ, ਉੱਥੋਂ ਮੈਨੂੰ ਮੁਹੱਬਤ ਦਾ ਅਹਿਸਾਸ ਹੁੰਦਾ ਸੀਗਾ ਵੀ ਮੁਹੱਬਤ ਕਿੰਨੀ ਸੋਹਣੀ ਗੱਲ ਆ, ਕਿੰਨਾ ਸੋਹਣਾ ਅਹਿਸਾਸ ਆ, ਵੀ ਇਹ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਨੇ ਲੋਕ ਜਿਹੜੇ ਇੰਨੇ ਪਿਆਰ ਕਰਦੇ ਨੇ, ਕੁੜੀਆਂ ਮੁੰਡੇ ਇੱਕ ਦੂਜੇ ਲਈ ਤੜਫਦੇ ਆ ਤੇ ਫਿਰ ਜਾਨਾਂ ਦੇ ਦਿੰਦੇ ਆ, ਸਮਾਜ ਨਾਲ ਬਗਾਵਤ ਕਰ ਲੈਂਦੇ ਆ, ਤੇ ਫਿਰ ਕੋਈ ਦਰਿਆ 'ਚ ਡੁੱਬ ਕੇ ਮਰ ਜਾਂਦੇ ਆ, ਕੋਈ ਸੱਸੀ ਥੱਲਾਂ 'ਚ ਸੜ ਕੇ ਮਰ ਗਈ, ਹੀਰ ਰਾਂਝੇ ਨੇ ਕਿੰਨਾ ਸੰਤਾਪ ਹੋ ਗਿਆ। ਸੋ ਮੈਂ ਕਹਿੰਦੀ ਸੀ ਵੀ ਕਿੰਨੇ ਪਿਆਰੇ ਲੋਕ ਆ, ਤੇ ਕਿਹੜੀ ਦੁਨੀਆ ਦੇ ਵਿੱਚ ਆ, ਤੇ ਉਹ ਕਿਹੜੇ ਲੋਕ ਆ ਜਿਹੜੇ ਇਹਨਾਂ ਨੂੰ ਮਰਨ ਲਈ ਮਜਬੂਰ ਕਰ ਦਿੰਦੇ ਆ। ਸੋ ਮੈਂ ਇਸ ਮਤਲਬ ਅਹਿਸਾਸ ਨੂੰ ਬਹੁਤ ਜਿਉਇਆ ਤੇ ਮਹਿਸੂਸ ਕੀਤਾ, ਇਹਦੇ ਬਾਰੇ ਵੀ, ਇਹਦੇ ਤਸੀਹੇ ਵੀ ਮੈਂ ਜਰੇ। ਪੰਜਾਬੀ ਸ਼ਾਇਰੀ 'ਚ ਜੀ ਸੁਖਵਿੰਦਰ ਅੰਮ੍ਰਿਤ ਆਪਣੇ ਆਪ ਨੂੰ ਕਿੱਥੇ ਰੱਖ ਕੇ ਦੇਖਦੀ ਹੈ? ਮੈਂ ਤਾਂ ਕਿਤੇ ਵੀ ਨਹੀਂ ਰੱਖ ਕੇ ਦੇਖਦੀ, ਇਹ ਤਾਂ ਮੇਰੇ ਪਾਠਕ ਦੱਸ ਸਕਦੇ ਆ ਵੀ ਉਹ ਮੈਨੂੰ ਕਿੱਥੇ ਦੇਖਦੇ ਆ। ਆਪਣੇ ਆਪ ਨੂੰ ਮੈਂ ਸਫ਼ਰ 'ਚ ਮਹਿਸੂਸ ਕਰਦੀ ਹਾਂ, ਯਾਤਰਾ 'ਚ। ਇੱਕ ਹੋਰ ਇਹਦੇ ਨਾਲ ਹੀ ਸਵਾਲ ਵਿੱਚੋਂ ਨਿਕਲਦਾ, ਬੰਦੇ ਨੇ ਕੁਛ ਵਿਚਰਦਿਆਂ ਘਰ 'ਚ, ਬਾਹਰ 'ਚ, ਦੋਸਤਾਂ 'ਚ ਕੋਈ ਇਹੋ ਜਿਹਾ ਜਿਹੜਾ ਕੋਈ ਗੁਨਾਹ ਕੀਤਾ ਹੋਏ ਤੇ ਉਹ ਬਾਰ-ਬਾਰ ਕਰਨਾ ਚਾਹੁੰਦੇ ਹੋ, ਤੇ ਜਾਂ ਅਗਲੇ ਜਨਮ 'ਚ ਵੀ ਕਰਨਾ ਚਾਹੁੰਦੇ ਹੋ?
ਬਸ ਆਹੀ ਕਲਮ ਚੁੱਕਣ ਦਾ। ਨਹੀਂ, ਕਲਮ ਚੁੱਕਣਾ ਕੋਈ ਗੁਨਾਹ ਤਾਂ ਨਹੀਂ ਹੈ। ਮਤਲਬ ਜਿਹੜੇ ਮੇਰੇ ਪਰਿਵਾਰ ਸੀ ਉਹਨਾਂ ਨੂੰ ਤਾਂ ਲੱਗਦਾ ਸੀਗਾ ਨਾ ਵੀ ਮੈਂ ਗੁਨਾਹਗਾਰ ਹਾਂ, ਆ, ਔਰ ਮੈਨੂੰ ਮਤਲਬ ਇੰਨੀ ਸਜ਼ਾ ਮਿਲੀ ਹੈ ਨਾ ਉਸ ਵੀ ਇੰਨੇ ਮੇਰੇ ਗੀਤ ਪਾੜੇ ਗਏ। ਸੋ ਇਹੀ ਗੁਨਾਹ ਮੈਂ ਕਰਨਾ ਚਾਹੁੰਦੀ ਜੇਕਰ ਇਹ ਗੁਨਾਹ ਆ। ਚਲੋ, ਐਗਜ਼ੈਕਟ, ਬਹੁਤ ਅੱਛਾ ਜਵਾਬ। ਅੱਛਾ ਸੁਖਵਿੰਦਰ ਜੀ, ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਮੈਂ ਚਾਹੁੰਦਾ ਕਿ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰੋ ਜਿੱਥੇ ਤੁਸੀਂ, ਕਿਉਂਕਿ ਮੈਂ ਤੁਹਾਡੀ ਸਾਰੀ ਸ਼ਾਇਰੀ ਪੜ੍ਹੀ ਆ, ਔਰਤਾਂ ਨੂੰ ਸਮਾਜ ਵਿੱਚ ਮਤਲਬ ਰੁਤਬਾ ਦਿਵਾਉਣ ਵਾਸਤੇ ਉਹਨਾਂ ਨੂੰ ਹਲੂਣਾ ਵੀ ਦਿੱਤਾ ਤੁਸੀਂ। ਬਹੁਤ ਸਾਰੇ ਔਰਤ ਪਾਠਕਾਂ ਨੇ, ਸਟੂਡੈਂਟਸ ਨੇ ਤੁਹਾਡੇ ਕੋਲੋਂ ਸਿੱਖਿਆ ਵੀ ਹੋਊਗਾ, ਉਹਨਾਂ 'ਚ ਹਿੰਮਤ ਵੀ ਆਈ ਹੋਊਗੀ, ਤੇ ਇਸ ਤਰ੍ਹਾਂ ਦੀ ਕੋਈ ਗਜ਼ਲ ਤੁਸੀਂ ਸਾਂਝੀ ਕਰੋ। ਮੈਂ ਅਸਲ ਦੇ ਵਿੱਚ ਹੁਣ ਜਿਹੜੇ ਨਵੀਆਂ ਚੀਜ਼ਾਂ ਲਿਖੀਆਂ ਨਾ, ਨਵੀਆਂ ਗਜ਼ਲਾਂ ਲਿਖੀਆਂ, ਉਹਨਾਂ ਦੇ ਕਈ ਸ਼ੇਰ ਮੇਰੇ ਮਨ ਦੇ ਨੇੜੇ ਹੁਣ ਅੱਜ ਕੱਲ੍ਹ ਘੁੰਮਦੇ ਰਹਿੰਦੇ ਆ। ਹਾਂ, ਸੁਣਾਓ। ਨਵੀਆਂ ਗਜ਼ਲਾਂ ਦੇ ਵਿੱਚੋਂ ਮੈਂ ਇੱਕ ਗਜ਼ਲ ਸੁਣਾਉਣੀ ਆ ਤੁਹਾਨੂੰ। ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ, ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ, ਨੀ ਕੁੜੀਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ, ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ, ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ, ਨੀ ਅੜਿਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ, ਨੀ ਅੜਿਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ। ਜਦੋਂ ਨਾ ਅਸਲ 'ਚ ਆਸਫਾ ਵਾਲਾ ਕਾਂਡ ਹੋਇਆ ਸੀ, ਉਦੋਂ ਮੈਂ ਇੱਕ ਗਜ਼ਲ ਲਿਖੀ ਸੀਗੀ, ਮਤਲਬ ਉਹ ਉਹਦੇ ਨਾਲ ਨਹੀਂ ਹੈਗੀ, ਪਰ ਨਾ ਮੈਨੂੰ ਲੱਗਿਆ ਵੀ ਉਹ ਜਿਹੜੀ ਆਸਫਾ ਸੀਗੀ ਉਹ ਹਲੇ ਉਡਾਣ ਸਿੱਖਦੀ ਹੋਣੀ ਆ, ਉਹ ਵੀ ਕਿਤੇ ਧਰਤੀ ਤੇ ਐ ਹੱਥ ਫੇਰ ਕੇ ਕਿਤੇ ਕੋਈ ਅੱਖਰ ਲਿਖਣੇ ਸਿੱਖਦੀ ਹੋਣੀ ਆ ਨਾ, ਛੋਟੀ ਜੀ। ਤੇ ਪਤਾ ਨਹੀਂ ਕਿਉਂ ਮੇਰੇ ਨਾ ਇੱਕ ਗਜ਼ਲ ਤੁਰ ਪਈ, ਉਹਦੇ ਨਾਲ ਕੋਈ ਸੰਬੰਧ ਨਹੀਂ ਉਹਦਾ, ਪਰ ਵੀ ਲਿਖਦੀ ਸੀ ਚੰਨ ਤਾਰੇ ਜੋ ਧਰਤੀ ਨੂੰ ਪੋਚ ਕੇ, ਲਿਖਦੀ ਸੀ ਚੰਨ ਤਾਰੇ ਜੋ ਧਰਤੀ ਨੂੰ ਪੋਚ ਕੇ, ਜੋ ਧਰਤੀ ਨੂੰ ਪੋਚ ਕੇ, ਖਾ ਹੀ ਗਏ ਉਸ ਕੂੰਜ ਨੂੰ ਉਹ ਸ਼ਿਕਰੇ ਨੋਚ ਕੇ। ਉਹ ਵਾਹ ਵਾਹ। ਲਿਖਦੀ ਸੀ ਚੰਨ ਤਾਰੇ ਜੋ ਧਰਤੀ ਨੂੰ ਪੋਚ ਕੇ, ਖਾ ਹੀ ਗਏ ਉਸ ਕੂੰਜ ਨੂੰ ਉਹ ਸ਼ਿਕਰੇ ਨੋਚ ਕੇ, ਪਾਇਓ ਧਮਾਲ ਜ਼ਿੰਦਗੀ ਦੇ ਵਿਹੜਿਆਂ 'ਚ ਪਰ, ਪਾਇਓ ਧਮਾਲ ਜ਼ਿੰਦਗੀ ਦੇ ਵਿਹੜਿਆਂ 'ਚ ਪਰ, ਰਾਹਾਂ 'ਚ ਪੈਰ ਧਰਿਓ ਨੀ ਧੀਓ ਬੋਝ ਬੋਝ ਕੇ, ਮਿਲ ਜਾਂਦੇ ਰਸਤਿਆਂ ਵਿੱਚ ਐਸੇ ਵੀ ਕਦਰਦਾਨ, ਮਿਲ ਜਾਂਦੇ ਰਸਤਿਆਂ ਵਿੱਚ ਐਸੇ ਵੀ ਕਦਰਦਾਨ, ਕੱਢ ਲੈਂਦੇ ਅੱਖੀਆਂ 'ਚੋਂ ਜੋ ਸੁਪਨੇ ਖਰੋਚ ਕੇ, ਰਾਹਾਂ 'ਚ ਜਾ ਕੇ ਧੂੜ ਹੀ ਰਾਹਾਂ ਦੀ ਹੋ ਗਿਆ, ਰਾਹਾਂ 'ਚ ਜਾ ਕੇ ਧੂੜ ਹੀ ਰਾਹਾਂ ਦੀ ਹੋ ਗਿਆ, ਘਰ ਤੋਂ ਮੁਸਾਫਰ ਨਿਕਲਿਆ ਸੀ ਕੀ ਕੀ ਸੋਚ ਕੇ, ਘਰ ਤੋਂ ਮੁਸਾਫਰ ਨਿਕਲਿਆ ਸੀ ਕੀ ਕੀ ਸੋਚ ਕੇ, ਪੁੱਤਰ ਤਾਂ ਤੇਰੇ ਧਰਤੀਏ ਨੀ ਕਮਾਲ ਕਰ ਰਹੇ, ਪੁੱਤਰ ਤਾਂ ਤੇਰੇ ਧਰਤੀਏ ਨੀ ਕਮਾਲ ਕਰ ਰਹੇ, ਨਕਸ਼ੇ ਬਣਾ ਰਹੇ ਨੇ ਤੇਰੇ ਨਕਸ਼ ਨੋਚ ਕੇ, ਵਾਹ ਓਫੋ, ਨਕਸ਼ੇ ਬਣਾ ਰਹੇ ਨੇ ਤੇਰੇ ਨਕਸ਼ ਨੋਚ ਕੇ। ਅੱਛਾ ਸੁਖਵਿੰਦਰ ਜੀ, ਕੋਈ ਰੀਝ ਜਿਹੜੀ ਪੂਰੀ ਨਾ ਹੋਈ ਹੋਵੇ? ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ। ਬਹੁਤ ਖੂਬਸੂਰਤ ਆ ਜ਼ਿੰਦਗੀ, ਸਟਰਗਲ ਵੀ ਬਹੁਤ ਖੂਬਸੂਰਤ ਆ। ਜ਼ਿੰਦਗੀ ਨੂੰ ਜਿਉਣਾ, ਇਹਨੂੰ ਹਰ ਪੱਖ ਤੋਂ ਦੇਖਣਾ, ਇਸ ਸ੍ਰਿਸ਼ਟੀ ਨੂੰ, ਇਸ ਕੁਦਰਤ ਨੂੰ ਹਰ ਪੱਖ ਤੋਂ ਦੇਖਣਾ ਖੂਬਸੂਰਤ ਲੱਗਿਆ। ਅੱਛਾ ਸੁਖਵਿੰਦਰ ਜੀ, ਇੱਕ ਗੱਲ ਹੋਰ ਆ, ਜਿਹੜਾ ਅੱਜ ਵਰਤਾਰਾ ਬੜੀ ਤੇਜ਼ੀ ਨਾਲ ਵਾਪਰ ਰਿਹਾ, ਕਿਤੇ ਨਾ ਕਿਤੇ ਗਜ਼ਲ ਦੇ ਵਿੱਚ, ਸ਼ਾਇਰੀ ਦੇ ਵਿੱਚ, ਮਤਲਬ ਉਹਦਾ ਪੱਧਰ ਵੀ ਨੀਵਾਂ ਹੋ ਰਿਹਾ ਜੀ। ਕੁਝ ਲੋਕ ਪੰਜਾਬੀ ਮੈਗਜ਼ੀਨ ਜਿਹੜਾ ਹੈਗਾ, ਅੱਜ ਬਹੁਤ ਸਾਰੇ ਮੈਗਜ਼ੀਨ ਨਿਕਲ ਰਹੇ ਆ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਸਾਰੇ ਅੱਛੇ ਮੈਗਜ਼ੀਨ ਨਿਕਲ ਰਹੇ ਸਾਰੇ, ਉਹਨਾਂ ਨੂੰ, ਕੁਝ ਲੋਕਾਂ ਨੂੰ ਉਹਦੇ ਵਿੱਚ ਛਪਣ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ। ਇਹ ਵੀ ਇੱਕ ਬੜਾ ਮਤਲਬ ਪਛਾਣ ਖਿੱਚੂ ਡਰਾਬੈਕ ਹੈ ਇੱਕ ਪੋਇਟਰੀ ਦੇ ਵਿੱਚ ਨਿਗਾਰ ਆਉਣ ਦਾ। ਅੱਛਾ। ਇਹਦੇ 'ਚ ਕਿਉਂਕਿ ਫੇਸਬੁੱਕ ਮਤਲਬ ਸੋਸ਼ਲ ਮੀਡੀਆ, ਅਸੀਂ ਕਵਿਤਾ ਲਿਖਦੇ ਹਾਂ, ਕਵਿਤਾ ਪਾਉਂਦੇ ਹਾਂ, ਗਰੁੱਪ ਬਣੇ ਆ ਤੇ ਠਾ ਕਰਕੇ ਲਾਈਕ ਕਰਦੇ ਆ, ਤੇ ਉਹ ਸਮਝਦੇ ਵੀ ਅਸੀਂ ਬਹੁਤ ਵੱਡੇ ਸ਼ਾਇਰ ਬਣ ਗਏ ਆ, ਤੇ ਇਹ ਉਹ ਖਤਮ ਹੋ ਰਹੇ ਅਸਲ ਦੇ ਵਿੱਚ। ਮਤਲਬ ਇਹ ਮੈਂ ਗੱਲ ਬੜੀ ਦੁੱਖ ਦੇ ਨਾਲ ਕਹਿ ਰਿਹਾ, ਕਿਉਂਕਿ ਇੱਕ ਮੈਗਜ਼ੀਨ ਨੂੰ ਮੈਂ ਐਡਿਟ ਵੀ ਅੱਖਰ ਮੈਗਜ਼ੀਨ ਨੂੰ ਕਰਦਾ, ਮੇਰੀ ਸੁਸ਼ੀਲ ਦੋਸਾਂਝ ਨਾਲ ਵੀ ਇਸ ਮਸਲੇ 'ਚ ਕਈ ਵਾਰੀ ਗੱਲ ਹੋਈ ਆ, ਅਰਤਿੰਦਰ ਸੰਧੂ ਹੋਣਾ ਨਾਲ ਗੱਲ ਹੋਈ, ਇੱਕ ਮੈਗਜ਼ੀਨ ਕੱਢਦੇ ਆ, ਸਤਪਾਲ ਭੀਖੀ ਹੋਣਾ ਨੇ ਮੈਗਜ਼ੀਨ ਦਾ ਆਸਮਾਨ ਕੱਢਿਆ, ਆਪਣਾ ਪ੍ਰੀ ਪੋਇਟਿਕ ਮੈਗਜ਼ੀਨ ਨਿਕਲ ਰਿਹਾ ਹੈ ਨਾ, ਤੇ ਇਹ ਬੜਾ ਵੱਡਾ ਦੁਖਾਂਤ ਆ। ਆਪਾਂ ਇਹ ਗੱਲ ਵਿਚਾਰ ਕਰ ਰਹੇ ਹਾਂ ਕਿ ਉਹ ਆਪਾਂ ਕੁਝ ਔਰਤਾਂ ਦੇ ਗਰੁੱਪ ਬਣੇ ਹੋਏ ਆ,
ਲੇਖਕ ਦੇ ਕੁੜੀਆਂ ਦੇ ਕੁਝ ਬੰਦਿਆਂ ਦੇ ਬਣੇ ਹੋਏ ਆ। ਉਹਨਾਂ ਨੇ ਇੱਕ ਦੂਜੇ ਨੂੰ ਲਾਈਕ ਕਰਨਾ, ਉਹ ਪੜ੍ਹਿਆ ਵੀ ਨਹੀਂ ਹੁੰਦਾ, ਉਹ ਅਜੇ ਕੋਈ ਪੋਸਟ ਪਈ ਹੁੰਦੀ ਆ। ਮੇਰੇ ਨਾਲ ਖੁਦ ਕਈ ਵਾਰੀ ਵੇਖਿਆ, ਮੈਂ ਕੋਈ ਆਪਣੀ ਪੋਸਟ ਪਾਵਾਂ ਨਾ, ਅਜੇ ਮੈਨੂੰ ਪਤਾ ਕਿ ਅਜੇ ਮੈਂ ਨਹੀਂ ਉਹਨੂੰ ਪੋਸਟ ਨਹੀਂ ਕੀਤਾ ਪੂਰੀ ਤਰ੍ਹਾਂ, ਕਲਿੱਕ ਕੀਤੀ, ਲਾਈਕ ਠਾ ਕਰਕੇ ਲਾਈਕ ਆ ਜਾਂਦਾ ਉਸੇ ਵੇਲੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਾਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਮੈਂ ਸੁਨੇਹਾ ਤਾਂ ਕੀ ਦੇਣਾ, ਮੈਂ ਉਦੋਂ ਸੋਚਣ ਲੱਗ ਪਈ ਤੁਹਾਡੀ ਗੱਲ ਵੀ ਸਾਨੂੰ ਤਾਂ ਬੜਾ ਚਾਅ ਹੁੰਦਾ ਸੀਗਾ ਸ਼ੁਰੂ 'ਚ ਵੀ ਅਸੀਂ ਮੈਗਜ਼ੀਨਾਂ 'ਚ ਭੇਜਦੇ ਰਹਿੰਦੇ ਸੀ, ਕੁਛ ਨਾ ਕੁਛ ਸਾਡੇ ਤੋਂ ਮੰਗਵਾਉਂਦੇ ਸੀ ਤੇ ਅਸੀਂ ਬੜੇ ਚਾਅ ਨਾਲ ਭੇਜਦੇ ਸੀ। ਜਦੋਂ ਛਪ ਕੇ ਆਉਂਦੀ ਸੀ ਚੀਜ਼, ਕੋਈ ਰਚਨਾ ਸਾਡੀ ਕਿਤੇ, ਤੇ ਬੜੇ ਚਾਅ ਨਾਲ ਉਹਨੂੰ ਦੇਖੀਦਾ ਸੀ, ਸਾਂਭ ਕੇ ਰੱਖੀਦਾ ਸੀਗਾ ਤੇ ਬਾਰ-ਬਾਰ ਉਹਨੂੰ ਪੜ੍ਹਦੇ ਰਹਿੰਦੇ ਸੀ, ਹੈ ਨਾ, ਵੀ ਮਾਣ ਹੁੰਦਾ ਸੀਗਾ। ਤੇ ਹੁਣ ਮੈਂ ਜੇ ਸੋਸ਼ਲ ਮੀਡੀਆ ਨੂੰ ਮੈਂ ਇਸ ਤਰ੍ਹਾਂ ਦੇਖਦੀ ਹਾਂ ਵੀ ਇਹ ਵੀ ਇੱਕ ਮੰਚ ਆ, ਵੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਜਾਂ ਸਿਖਾਂਦਰੂ, ਹੈ ਨਾ, ਕਵੀ ਆ, ਜਾਂ ਆਪਾਂ ਸਿਰਫ ਕਵਿਤਾ ਦੀ ਗੱਲ ਕਰੀਏ ਵੀ ਜਾਂ ਸਿੱਖ ਰਹੇ ਨੇ ਜਾਂ ਹਲੇ ਉੱਠ ਰਹੇ ਨੇ, ਹੈ ਨਾ, ਵੀ ਉਹਨਾਂ ਨੂੰ ਇੱਕ ਹੁਲਾਰਾ ਦੇਣ ਵਾਸਤੇ ਜਾਂ ਉਹਨਾਂ ਨੂੰ ਜਿਹੜਾ ਉਹ ਪ੍ਰਤੀਕਰਮ ਆ ਉਹਨਾਂ ਨੂੰ ਇੱਕਦਮ ਮਹਿਸੂਸ ਕਰਾਉਂਦਾ ਵੀ ਤੁਸੀਂ ਸ਼ਾਇਰ ਹੋ, ਤੁਸੀਂ ਕਵੀ ਹੋ। ਸੋ ਇਹ ਗੱਲ ਉਹਨਾਂ ਨੂੰ ਚੰਗੀ ਲੱਗਦੀ ਆ। ਪਰ ਮੇਰਾ ਖਿਆਲ ਇਹ ਹੌਲੀ ਹੌਲੀ ਜਦੋਂ ਸਮੇਂ ਦੇ ਨਾਲ ਨਾ ਉਹ ਆਪੇ ਸਮਝਦਾਰ ਹੋ ਜਾਂਦੇ ਆ ਵੀ ਇਹ ਕਵਿਤਾ ਵੀ ਜਿਹੜਾ ਸਾਨੂੰ ਰਿਸਪੌਂਸ ਆ ਰਿਹਾ ਵੀ ਜਾਂ ਸਾਡੀ ਜਿਹੜੀ ਕਵਿਤਾ ਉਹਦਾ ਮਿਆਰ ਕੀ ਆ, ਵੀ ਰਿਸਪੌਂਸ ਕਿਹੋ ਜਿਹਾ ਆ ਰਿਹਾ, ਕਿਹੋ ਜਿਹਾ ਆਉਣਾ ਚਾਹੀਦਾ, ਜਾਂ ਸਾਡੀ ਕਵਿਤਾ ਨੂੰ ਅਸੀਂ ਹੋਰ ਕਿਵੇਂ ਕਿੱਥੇ ਲੈ ਕੇ ਜਾਣਾ, ਉਹ ਸਮੇਂ ਦੇ ਹਿਸਾਬ ਨਾਲ ਆਪੇ ਹੀ ਮੈਚਿਓਰ ਹੋ ਜਾਂਦੇ ਆ। ਨਹੀਂ, ਮੁਸ਼ਕਿਲ ਪਤਾ ਇੱਥੇ ਕੀ ਆ ਰਹੀ ਆ, ਹੁਣ ਜਿਹੜਾ ਸਿਖਾਂਦਰੂ ਆ ਜੀ, ਹੈਨਾ, ਮੈਗਜ਼ੀਨ ਤਾਂ ਉਹਨੂੰ ਨਹੀਂ ਛਾਪੇਗਾ ਜੀ, ਠੀਕ ਹੈ ਨਾ, ਤੇ ਲੇਖਕ ਨੂੰ ਪਤਾ ਲੱਗੇਗਾ ਕਿ ਇਹ ਮੇਰੀ ਕਵਿਤਾ ਚੰਗੀ ਨਹੀਂ ਹੈਗੀ, ਇਹ ਤਾਂ ਕਰਕੇ ਕਿਸੇ ਮੈਗਜ਼ੀਨ ਵਿੱਚ ਨਹੀਂ ਛਪੀ। ਜਿਹੜਾ ਸਿਖਾਂਦਰੂ ਆ, ਜਿਹੜਾ ਉਹ ਚਾਹੇ ਲੜਕੀ ਆ ਚਾਹੇ ਲੜਕੇ ਆ, ਤੇ ਜਦੋਂ ਉਹ ਕਵਿਤਾ ਮਤਲਬ ਆਪਣੀ ਉਹ ਵਾਲ ਤੇ ਆ ਗਈ, ਫੇਸਬੁੱਕ ਤੇ ਆ ਗਈ, ਹੈਨਾ, ਉਹਨੂੰ 500-700 ਲਾਈਕ ਮਿਲ ਰਹੇ ਆ, ਤੇ ਉਹ ਕੀ ਸੋਚੂਗਾ? ਆਪਣੇ ਆਪ ਹੀ ਉਹਨੇ ਮਤਲਬ ਉਹਦੀ ਲੇਖਣੀ ਦੇ ਵਿੱਚ ਨਿਘਾਰ ਹੋਣਾ, ਉਹਨੇ ਆਪਣੀ ਚੰਗੀ ਰਚਨਾ ਨੂੰ, ਮਾੜੀ ਰਚਨਾ ਨੂੰ, ਸਿਖਾਂਦਰੂ ਰਚਨਾ ਨੂੰ ਬਹੁਤ ਜ਼ਿਆਦਾ ਵਧੀਆ ਸਮਝ ਲੈਣਾ, ਤੇ ਉੱਥੇ ਉਹਦੇ ਵਿੱਚ ਖੜੋਤ ਆ ਜਾਂਦੀ। ਖੈਰ ਇਹ ਉਹਨਾਂ ਦੀ ਸਮੱਸਿਆ, ਜਿਹੜੇ ਨਿਕਲਦੇ ਆ ਉਹ ਨਿਕਲ ਹੀ ਆਉਂਦੇ ਆ, ਨਿਕਲ ਉਹਨਾਂ ਨੂੰ ਕਿਸੇ ਨੇ ਰੋਕਣਾ ਨਹੀਂ। ਹੁਣ ਇੱਕ ਗੱਲ ਆਪਾਂ ਇਨਾਮਾਂ ਸਨਮਾਨਾਂ ਬਾਰੇ ਕਰ ਲਈਏ। ਕਦੀ ਸੀਗਾ ਕਿ ਮਤਲਬ ਲੇਖਕ ਨੂੰ ਇਨਾਮ ਜਦੋਂ ਮਿਲਦਾ ਸੀਗਾ ਤੇ ਉਸ ਸੰਸਥਾ ਦਾ ਨਾਮ ਜਿਹੜਾ ਵੱਡਾ ਹੋ ਜਾਂਦਾ ਸੀ ਲੇਖਕ, ਵੱਡੇ ਲੇਖਕ ਦੇ ਨਾਲ। ਹੁਣ ਮੇਰਾ ਤੇ ਲੱਗਦਾ ਸਵਾਲ ਹੀ ਗਲਤ ਆ, ਮਤਲਬ ਪਰ ਜੇ ਹੋ ਹੀ ਗਿਆ ਤੇ ਆਪਾਂ ਗੱਲ ਹੀ ਕਰ ਲਈਏ ਵੀ ਇਹ ਜਿਹੜੇ ਨਾਮਾਂ ਸਨਮਾਨਾਂ ਦੀ ਦੌੜ ਆ, ਇਹ ਲੇਖਕ ਨੂੰ ਕਿੰਨੇ ਸਾਰੇ ਸੰਸਥਾਵਾਂ ਦੇ ਰਹੀ ਆ ਆਪਣੇ ਆਪ 'ਚ ਹੀ। ਮੈਂ ਕਹਾਂ ਕਿ ਉਹ ਆਸੀ ਸਾਡਾ ਸ਼ਾਇਰ ਜਿਹੜਾ ਨਹੀਂ ਸਾਡੇ ਦਰਮਿਆਨ, ਉਹ ਮੋਮੈਂਟੋ ਨੂੰ ਚਿੜੀ ਕਹਿੰਦਾ ਹੁੰਦਾ ਸੀ। ਇਹ ਚਿੜੀਆਂ ਜਿਹੜੀਆਂ ਆਪਸ ਵਿੱਚ ਵੰਡੀਆਂ ਜਾ ਰਹੀਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਤਾਂ ਗੱਲ ਇਹ ਆ ਵਿਸ਼ਾਲ ਜੀ ਵੀ ਮਾਣ ਸਨਮਾਨ ਹੋਣੇ ਚਾਹੀਦੇ ਆ, ਬਹੁਤ ਜ਼ਰੂਰੀ ਆ ਵੀ ਇੱਕ ਜਿਵੇਂ ਲੇਖਕ ਤੁਰ ਰਿਹਾ ਨਾ, ਉਹਨੂੰ ਇੱਕ ਲੱਗਦਾ ਵੀ ਹਾਂ ਇਹ ਹੰਗਾਰਾ ਵਾ ਮੇਰੀ ਗੱਲ ਦਾ, ਵੀ ਇਹ ਸ਼ਾਬਾਸ਼ ਮਿਲੀ ਆ ਮੈਨੂੰ। ਸੋ ਜਿਹੜਾ ਦੇਣ ਵਾਲਾ, ਜਿਹੜੀਆਂ ਸੰਸਥਾਵਾਂ ਨੇ ਹਨਾ ਸਨਮਾਨ ਉਹਨੂੰ ਦਿੰਦੀਆਂ, ਚਲੋ ਉਹਨਾਂ ਨੂੰ ਵੀ ਚੰਗਾ ਲੱਗਦਾ ਵੀ ਅਸੀਂ ਇੱਕ ਸਿਰਜਕ ਨੂੰ ਉਹਨੂੰ ਸਨਮਾਨ ਕੀਤਾ, ਉਹਦਾ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਆ। ਅੱਛਾ ਸੁਖਵਿੰਦਰ ਅਹਿਮਦ ਜੀ, ਇੱਕ ਗੱਲ ਹੋਰ ਆ, ਆਪਾਂ ਤੁਹਾਡੀ ਸ਼ਾਇਰੀ ਬਾਰੇ, ਜ਼ਿੰਦਗੀ ਬਾਰੇ, ਤੁਹਾਡੀ ਕਵਿਤਾ ਦੇ ਸਫ਼ਰ ਬਾਰੇ, ਹੁਣ ਤੱਕ ਦੇ ਸਫ਼ਰ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ। ਕੋਈ ਉਹੋ ਜਿਹਾ ਸਵਾਲ ਜਿਹੜਾ ਮੈਂ ਪੁੱਛਣੋਂ ਰਹਿ ਗਿਆ ਹੋਵਾਂ ਤੇ ਕੋਈ ਨਾ, ਆਪਾਂ ਮਿਲਦੇ ਹੀ ਰਹਿਣਾ ਤੇ ਜਾਂ ਮੇਰੇ ਕਹਿਣ ਦਾ ਮਤਲਬ ਵੀ ਸਵਾਲ ਵੀ ਤੁਹਾਡਾ ਤੇ ਜਵਾਬ ਵੀ ਤੁਹਾਡਾ ਹੀ ਹੋਵੇ। ਇੱਕ ਇਹਦੇ ਨਾਲ ਮਤਲਬ ਮੈਂ ਇਹ ਚਾਹੂੰਗਾ, ਆਪਾਂ ਇੱਕ ਮਾਹਲਪੁਰ ਹੁਸ਼ਿਆਰਪੁਰ ਦੇ ਇੱਕ ਮੁਸ਼ਾਇਰੇ 'ਚ ਇਕੱਠੇ ਹੋਏ ਸੀ, ਆਪਾਂ 3 ਦਿਨ ਦਾ ਸੈਮੀਨਾਰ ਸੀ, ਤੇ ਉੱਥੇ ਤੁਸੀਂ ਇੱਕ ਰਚਨਾ ਪੜ੍ਹੀ ਸੀਗੀ। ਹਾਂਜੀ, ਜੇ ਤੁਹਾਨੂੰ ਯਾਦ ਆ ਤੇ ਮੈਂ ਚਾਹੂੰਗਾ ਕਿ ਉਹ ਰਚਨਾ ਸਾਡੇ ਸਰੋਤਿਆਂ ਨਾਲ ਤੇ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ। ਉਹ ਮੈਨੂੰ ਹੁਣ ਯਾਦ ਨਹੀਂ ਆ, ਪਰ ਉਹ ਇੰਨੀ ਵਧੀਆ ਸੀ, ਕਮਾਲ ਦੀ ਸੀਗੀ। ਮੈਨੂੰ ਇੰਨੇ ਨਹੀਂ ਪਤਾ, ਹੁਣ ਇੰਨੇ ਮੁਸ਼ਾਇਰੇ ਪੜ੍ਹੇ ਆ ਵੀ ਮੈਂ ਕਿੱਥੇ ਕਿਹੜੀ ਰਚਨਾ ਪੜ੍ਹੀ ਆ ਤਾਂ ਮੈਨੂੰ ਨਹੀਂ ਯਾਦ। ਚਲੋ ਇੱਕ ਰਚਨਾ ਜਾਂਦੇ ਜਾਂਦੇ ਤੁਸੀਂ ਸਾਡੇ ਨਾਲ ਮੈਂ ਇਹ ਆ ਕਿ ਜਿਹੜਾ ਤੁਸੀਂ ਹੁਣ ਸਵਾਲ ਕਹਿੰਦੇ ਵੀ ਸਵਾਲ ਵੀ ਕਰੋ ਤੇ ਜਵਾਬ ਵੀ ਦਿਓ, ਤਾਂ ਮੈਨੂੰ ਆਪਣੇ ਇੱਕ ਸ਼ੇਰ ਯਾਦ ਆ ਗਿਆ ਵੀ ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ ਚੋਂ, ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ ਚੋਂ, 100 ਸਵਾਲ ਨਿਕਲਦੇ ਇੱਕ ਇੱਕ ਜਵਾਬ ਚੋਂ, ਔਰ ਚਿੱਟੇ ਦੀ ਕਾਲੀ ਖਬਰ ਹੀ ਹੁਣ ਸੁਰਖੀਆਂ 'ਚ ਹੈ, ਚਿੱਟੇ ਦੀ ਕਾਲੀ ਖਬਰ ਹੀ ਹੁਣ ਸੁਰਖੀਆਂ 'ਚ ਹੈ, ਬਾਕੀ ਦੇ ਰੰਗ ਹੋ ਗਏ ਮਨਫੀ ਪੰਜਾਬ ਚੋਂ। ਬਹੁਤ ਖੂਬ। ਔਰ ਤਾਰਾਂ ਤਾਂ ਤੜਪੀਆਂ ਨੇ ਕੁਛ ਸਾਡੇ ਬਰਾਗ ਨਾਲ,
ਤਾਰਾਂ ਤਾਂ ਤੜਪੀਆਂ ਨੇ ਕੁਛ ਸਾਡੇ ਵਿਰਾਗ ਨਾਲ, ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ ਚੋਂ। ਵਾਹ, ਬਹੁਤ ਖੂਬਸੂਰਤ। ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ ਚੋਂ। ਸੁਖਵਿੰਦਰ ਅੰਮ੍ਰਿਤ ਜੀ, ਅੱਜ ਤੁਸੀਂ ਸਾਡੇ ਇੱਥੇ ਸਟੂਡੀਓ 'ਚ ਆਏ, ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਾਡੇ ਸਾਰੀ ਟੀਮ ਦੀ ਬੜੀ ਉਤਸੁਕਤਾ ਸੀ ਤੁਹਾਨੂੰ ਮਿਲਣ ਦੀ, ਤੁਹਾਡੀ ਸ਼ਾਇਰੀ ਸੁਣਨ ਦੀ, ਤੁਹਾਡੀਆਂ ਗੱਲਾਂ ਬਾਤਾਂ ਸੁਣਨ ਦੀ, ਅਤੇ ਅੰਬਰਾਂ ਦੇ ਸਰਨਾਵੇ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਕਿ ਤੁਸੀਂ ਆਏ ਅਤੇ ਤੁਹਾਡੀ ਜ਼ਿੰਦਗੀ ਬਾਰੇ, ਸ਼ਾਇਰੀ ਬਾਰੇ ਜਾਣਨ ਨੂੰ ਬਹੁਤ ਬਹੁਤ ਵੱਡਾ ਮੌਕਾ ਮਿਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ, ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਿਆਰੇ ਦੋਸਤੋ, ਅੱਜ ਸਾਡੇ ਨਾਲ ਸਨ ਸੁਖਵਿੰਦਰ ਅੰਮ੍ਰਿਤ ਜੀ, ਪੰਜਾਬੀ ਗਜ਼ਲ ਦੇ ਇੱਕ ਵਿਲੱਖਣ ਹਸਤਾਖਰ। ਅਸੀਂ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਨਾਲ। ਤਦ ਤੱਕ ਇਜਾਜ਼ਤ। ਧੰਨਵਾਦ।